श्री हरि कृष्ण मनाए बहोरी। तेग बहादुर परम कृपाला गुर परम कृपाला। श्री गुरु गोबिंद सिंह विसाला। तरੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। जिस में अमृत ज्ञान है मानिक भगत वैराग। श्री गुरु ग्रंथ साहिब उदद बंदों कार्य अनुराग। एकंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। वाहिगुरु साहिब जी दोहरा। एक बात सतगुरु इस ज्ञान के संस्कार विदताया मंदिर बनियो सुंदर प्रकार। एक बात सतगुरु के संस्कार। वाहिगुरु जी का खालसा वाहिगुरु जी की फतेह। जाहर जहूर हाजिर हजूर सर्व कला भरपूर। पतित पावन भगत वत्सल अंतरजामी दीन दयाल मेहरबान। दसां पातशाहियां दी जोत तखत चौर छत्र दे मालक धन श्री गुरु ग्रंथ साहिब जी महाराज। सतगुरां दी महान किरपा रहमत दा सदका जगत गुरु धन धन श्री गुरु नानक देव साहिब जी महाराज सतगुरां दे चरनां दी शोभ प्राप्त धरती सा धरती भई हरियावली। जिथे मेरा सतगुर बैठा आए से जंत भये हरियावले। जिन्नी मेरा सतगुर देखिया जाए। सुल्तानपुर लोधी दी धरती जिस दे कण कण नूं गुरु साहिब जी ने अपनी शोह दे के पवित्र किया है। गुरु साहिब जी के पावन दरबार गुरुद्वारा श्री बेर साहिब जी विखे गुरु चरना की हाजरी भर रही गुरु की साजी नवाजी हुई साध संगत जीओ। सतगुरां ने कृपा की है सत संगत का अमोलक सुभागा समा बख्शिया है। अज धन श्री गुरु गोबिंद सिंह साहिब जी महाराज ਅਤੇ माता अजीत कौर जी तिन्हां दे लाडले गुरु के सपुत्र महान सूरबीर बली बहादुर धन धन बाबा जुझार सिंह साहिब जी का आगमन दिहाड़ा है। साहिबजादे बाबा जुझार सिंह साहिब जी दे
ਆਗਮਨ ਦਿਵਸ ਦੀਆਂ ਸਰਬੱਤ ਗੁਰੂ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣਗੀਆਂ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਸੁਪੁੱਤਰ ਹੋਣਾ ਇਹ ਕਿੱਡੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸਾਧ ਸੰਗਤ ਜੀ, ਗੁਰੂ ਕੇ 4 ਸਾਹਿਬਜ਼ਾਦੇ ਆਪਾਂ ਸਾਰੇ ਜਾਣਦੇ ਹਾਂ ਔਰ ਸਵੇਰੇ ਸ਼ਾਮੀ ਅਰਦਾਸ ਵਿੱਚ ਵੀ ਉਹਨਾਂ ਨੂੰ ਸਿਮਰਦੇ ਹਾਂ। ਸਭ ਤੋਂ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਹਨ। ਦੂਸਰੇ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਤੀਸਰੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਤੇ ਚੌਥੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਬਾਬਾ ਅਜੀਤ ਸਿੰਘ ਸਾਹਿਬ ਜੀ ਉਹ ਮਾਤਾ ਸੁੰਦਰ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਪ੍ਰਗਟ ਹੋਏ। ਬਾਕੀ ਤਿੰਨੇ ਸਾਹਿਬਜ਼ਾਦੇ ਮਾਤਾ ਅਜੀਤ ਕੌਰ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ ਪ੍ਰਗਟ ਹੋਏ। ਔਰ ਪਹਿਲਾ ਆਨੰਦ ਕਾਰਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਾਤਾ ਅਜੀਤ ਕੌਰ ਜੀ ਦੇ ਨਾਲ ਹੋਇਆ, ਗੁਰੂ ਕੇ ਲਾਹੌਰ ਵਾਲੇ ਥਾਂ ਤੇ। ਜਦੋਂ ਮਾਤਾ ਜੀ ਦੇ ਪਰਿਵਾਰ ਨੇ, ਮਾਤਾ ਪਿਤਾ ਨੇ ਅਨੰਦਪੁਰ ਸਾਹਿਬ ਆ ਕੇ ਬੇਨਤੀ ਕੀਤੀ ਸੀ ਕਿ ਆਪ ਜੀ ਬਰਾਤ ਲੈ ਕਰਕੇ ਲਾਹੌਰ ਆਓ, ਨਾਲੇ ਲਾਹੌਰ ਦੀਆਂ ਸੰਗਤਾਂ ਵੱਲੋਂ ਵੀ ਬੇਨਤੀ ਹੈ ਕਿ ਸਾਨੂੰ ਵੀ ਮਹਾਰਾਜ ਸਾਹਿਬ ਸੇਵਾ ਦਾ ਮੌਕਾ ਮਿਲੇਗਾ, ਦਰਸ਼ਨ ਪ੍ਰਾਪਤ ਹੋਣਗੇ। ਤੇ ਦਸ਼ਮੇਸ਼ ਪਾਤਸ਼ਾਹੀ ਨੇ ਆਖਿਆ ਸੀ ਵੀ ਅਸੀਂ ਲਾਹੌਰ ਨਹੀਂ ਜਾਣਾ, ਤੁਸੀਂ ਸਮੇਤ ਪਰਿਵਾਰ ਦੇ ਇੱਥੇ ਆ ਜਾਓ ਤੇ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਨਵਾਂ ਲਾਹੌਰ ਵਸਾ ਦਿਆਂਗੇ। ਫਿਰ ਮਹਾਰਾਜ ਸਾਹਿਬ ਜੀ ਨੇ ਨਵਾਂ ਲਾਹੌਰ ਵਸਾਇਆ, ਬਾਜ਼ਾਰ ਵੀ ਉੱਥੇ ਬਣਾਇਆ ਗਿਆ। ਮਾਮਾ ਕਿਰਪਾਲ ਚੰਦ ਜੀ ਦੀ ਸੇਵਾ ਲਾਈ ਸੀ। ਭੂਆ ਜੀ ਬੀਬੀ ਵੀਰੋ ਜੀ ਦੇ ਸੁਪੁੱਤਰ, ਉਹਨਾਂ 5 ਭਰਾਵਾਂ ਦੀ ਸੇਵਾ ਲਾਈ ਸੀ। ਫਿਰ ਜਦੋਂ ਬਾਜ਼ਾਰ ਸਾਰਾ ਬਣਿਆ, ਇਹਦਾ ਨਾਂ ਗੁਰੂ ਸਾਹਿਬ ਜੀ ਨੇ ਗੁਰੂ ਕਾ ਲਾਹੌਰ ਰੱਖਿਆ ਤੇ ਬਾਜ਼ਾਰਾਂ ਦੇ ਵੱਖ-ਵੱਖ ਨਾਮ ਰੱਖੇ ਸੀ, ਵੱਖ-ਵੱਖ ਸ਼ਹਿਰਾਂ ਦੇ ਉੱਤੇ। ਫਿਰ ਇੱਥੇ ਮਹਾਰਾਜ ਸਾਹਿਬ ਜੀ ਦਾ ਪਹਿਲਾ ਆਨੰਦ ਕਾਰਜ ਮਾਤਾ ਜੀਤੋ ਜੀ ਉਸ ਵੇਲੇ ਨਾਮ ਸੀ, ਬਾਅਦ ਚ ਅੰਮ੍ਰਿਤ ਛਕ ਕੇ ਨਾਮ ਮਾਤਾ ਅਜੀਤ ਕੌਰ ਹੋਇਆ। ਮਾਤਾ ਅਜੀਤ ਕੌਰ ਜੀ ਦੇ ਨਾਲ ਪਹਿਲਾ ਆਨੰਦ ਕਾਰਜ ਹੋਇਆ ਤੇ ਦੂਸਰਾ ਆਨੰਦ ਕਾਰਜ ਮਾਤਾ ਸੁੰਦਰ ਕੌਰ ਜੀ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਹੀ ਹੋਇਆ। ਮਾਤਾ ਅਜੀਤ ਕੌਰ ਜੀ ਦਾ ਪੇਕਾ ਪਿੰਡ ਵੀ ਲਾਹੌਰ ਹੈ ਤੇ ਮਾਤਾ ਸੁੰਦਰ ਕੌਰ ਜੀ ਦਾ ਪੇਕਾ ਪਿੰਡ ਵੀ ਲਾਹੌਰ। ਤੇ ਤੀਸਰਾ ਆਨੰਦ ਕਾਰਜ ਖਾਲਸੇ ਦੀ ਸਾਜਣਾ ਤੋਂ 1 ਸਾਲ ਬਾਅਦ 1757 ਵਿਕਰਮੀ ਸੰਮਤ ਨੂੰ ਮਾਤਾ ਸਾਹਿਬ ਦੇਵਾ ਜੀ, ਜਿਨ੍ਹਾਂ ਦਾ ਪਹਿਲਾ ਨਾਮ ਸੀ, ਫਿਰ ਅੰਮ੍ਰਿਤ ਛਕ ਕੇ ਮਾਤਾ ਸਾਹਿਬ ਦੇਵ ਕੌਰ ਜਾਂ ਮਾਤਾ ਸਾਹਿਬ ਕੌਰ, ਇਹ ਮਾਤਾ ਜੀ ਦਾ ਨਾਮ ਹੋਇਆ। ਉਸ ਵੇਲੇ ਮਹਾਰਾਜ ਨੇ ਬਚਨ ਕੀਤਾ ਸੀ ਵੀ ਸਾਡੇ 4 ਸਾਹਿਬਜ਼ਾਦੇ ਪ੍ਰਗਟ ਹੋ ਚੁੱਕੇ ਆ, ਅਸੀਂ ਹੁਣ ਬ੍ਰਹਮਚਾਰੀ ਹਾਂ। ਤਾਂ ਉਹ ਮਾਤਾ ਸਾਹਿਬ ਕੌਰ ਜੀ ਦੇ ਮਾਤਾ ਪਿਤਾ ਨੇ ਬੇਨਤੀ ਕਰਨੀ ਕਿ ਮਹਾਰਾਜ ਅਸੀਂ ਤੇ ਸੰਗਤ ਵਿੱਚ ਅਰਦਾਸ ਕੀਤੀ ਆ, ਪਿੱਛੋਂ ਰੋਹਤਾਸ ਦੇ ਰਹਿਣ ਵਾਲੇ ਸਨ, ਅਸੀਂ ਤਾਂ ਬਚਪਨ ਵਿੱਚ ਹੀ ਸੰਗਤ ਵਿੱਚ ਅਰਦਾਸ ਕੀਤੀ ਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਦੀ ਦਾਸੀ ਆਪਣੀ ਸਪੁੱਤਰੀ ਨੂੰ ਬਣਾਉਣਾ ਤੇ ਸਾਡੇ ਇਲਾਕੇ ਦੀ ਸੰਗਤ ਵੀ ਇਸ ਨੂੰ ਸਾਹਿਬ ਦੇਵੀ ਕਹਿ ਕੇ ਯਾਦ ਕਰਦੀ। ਇਸ ਕਰਕੇ ਸੰਗਤਾਂ ਤੇ ਇਹਨੂੰ ਬਚਪਨ ਦੇ ਵਿੱਚ ਹੀ ਮਾਤਾ ਸਾਹਿਬ ਦੇਵਾ ਕਹਿ ਕੇ ਬੁਲਾਉਂਦੀਆਂ ਹਨ। ਤੁਸੀਂ ਮਹਾਰਾਜ ਇਹ ਰਿਸ਼ਤਾ ਪ੍ਰਵਾਨ ਕਰੋ। ਫਿਰ ਮਹਾਰਾਜ ਨੇ ਉਹ ਰਿਸ਼ਤਾ ਪ੍ਰਵਾਨ ਕੀਤਾ, ਪਰ ਉਸ ਰਿਸ਼ਤੇ ਨੂੰ ਇਤਿਹਾਸ ਵਿੱਚ ਕੁਆਰਾ ਡੋਲਾ ਸਾਧ ਸੰਗਤ ਜੀ ਆਖਿਆ। ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਦੇ ਵਿੱਚ ਹੀ ਆਨੰਦਿਤ ਰਹਿਣਾ। ਔਰ ਫਿਰ ਸਮੇਂ ਦੇ ਨਾਲ ਸਭ ਤੋਂ ਪਹਿਲਾ ਸਾਹਿਬਜ਼ਾਦਾ ਮਾਤਾ ਸੁੰਦਰ ਕੌਰ ਜੀ ਦੇ ਪਾਵਨ ਪਵਿੱਤਰ ਕੁੱਖ ਤੋਂ ਸ੍ਰੀ ਪਾਉਂਟਾ ਸਾਹਿਬ ਦੀ ਧਰਤੀ ਤੇ
1743 ਬਿਕਰਮੀ ਸੰਮਤ ਨੂੰ ਬਾਬਾ ਅਜੀਤ ਸਿੰਘ ਜੀ ਪ੍ਰਗਟ ਹੋਏ ਤੇ ਜਿਨ੍ਹਾਂ ਦਾ ਅੱਜ ਆਗਮਨ ਦਿਹਾੜਾ ਮਨਾਇਆ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੂਸਰੇ ਸਾਹਿਬਜ਼ਾਦੇ। ਇਹ ਮਾਤਾ ਅਜੀਤ ਕੌਰ ਜੀ ਦੀ ਪਾਵਨ ਪਵਿੱਤਰ ਕੁੱਖੋਂ 1747 ਬਿਕਰਮੀ ਸੰਮਤ ਨੂੰ ਸ੍ਰੀ ਅਨੰਦਪੁਰ ਸਾਹਿਬ ਪ੍ਰਗਟ ਹੋਏ। ਔਰ ਇਸੇ ਤਰ੍ਹਾਂ ਤੀਸਰੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਉਹ 1753 ਬਿਕਰਮੀ ਸੰਮਤ ਨੂੰ ਸ੍ਰੀ ਅਨੰਦਪੁਰ ਸਾਹਿਬ ਪ੍ਰਗਟ ਹੋਏ। ਚੌਥੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ 1755 ਬਿਕਰਮੀ ਸੰਮਤ ਨੂੰ ਸ੍ਰੀ ਅਨੰਦਪੁਰ ਸਾਹਿਬ ਪ੍ਰਗਟ ਹੋਏ। ਇਹ ਗੁਰੂ ਕੇ ਚਾਰੇ ਹੀ ਸਾਹਿਬਜ਼ਾਦੇ ਤੇ ਮਾਤਾ ਸਾਹਿਬ ਕੌਰ ਜੀ ਨੂੰ ਮਹਾਰਾਜ ਸਾਹਿਬ ਜੀ ਨੇ ਸਾਰਾ ਹੀ ਖਾਲਸਾ ਦਿੱਤਾ। ਆਖਿਆ ਇਹ ਖਾਲਸਾ ਅਸੀਂ ਆਪ ਜੀ ਦੀ ਝੋਲੀ ਵਿੱਚ ਪਾਉਣੇ ਆ, ਤੁਸੀਂ ਖਾਲਸੇ ਦੇ ਮਾਤਾ ਹੋਏ ਹੋ ਤੇ ਅਸੀਂ ਖਾਲਸੇ ਦੇ ਪਿਤਾ ਹੋਏ। ਇਹ ਬਚਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਕੀਤਾ। ਸਾਧ ਸੰਗਤ ਜੀ, ਤੋ ਐਸੇ ਕਲਗੀਧਰ ਪਾਤਸ਼ਾਹ ਗਰੀਬ ਨਵਾਜ ਜਿਨ੍ਹਾਂ ਸਤਿਗੁਰਾਂ ਨੇ ਆਪਣੇ ਖਾਲਸੇ ਪੰਥ ਤੋਂ, ਆਪਣੀ ਕੌਮ ਤੋਂ ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ, ਐਸੇ ਕੁਰਬਾਨੀਆਂ ਵਾਲੇ, ਐਸੇ ਪਰਉਪਕਾਰੀ ਸਤਿਗੁਰੂ ਜੀ ਨੇ ਸਾਡੇ ਤੋਂ ਆਪਣੇ ਚਾਰੇ ਹੀ ਲਾਲ ਕੁਰਬਾਨ ਕਰ ਦਿੱਤੇ। ਜੇ ਰੱਖਣਾ ਚਾਹੁੰਦੇ ਤਾਂ ਰੱਖ ਵੀ ਸਕਦੇ ਸੀ। ਸਾਧ ਸੰਗਤ ਜੀ, ਜੇ ਮਹਾਰਾਜ ਚਮਕੌਰ ਦੀ ਗੜ੍ਹੀ ਵਿੱਚੋਂ ਆਪਣੇ ਨਾਲ ਤਿੰਨਾਂ ਸਿੰਘਾਂ ਨੂੰ ਕੱਢ ਕੇ ਤੇ ਲਿਜਾ ਸਕਦੇ ਆ, ਵਾਲ ਵੀ ਵਿੰਗਾ ਨਹੀਂ ਹੁੰਦਾ, ਕਿ ਆਪਣੇ ਪੁੱਤਰਾਂ ਨੂੰ ਨਹੀਂ ਸੀ ਨਾਲ ਲਿਜਾ ਸਕਦੇ। ਸਾਹਿਬਜ਼ਾਦਾ ਅਜੀਤ ਸਿੰਘ ਨੂੰ, ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਨਹੀਂ ਸੀ ਲਿਜਾ ਸਕਦੇ, ਪਰ ਮਹਾਰਾਜ ਸਾਹਿਬ ਜੀ ਨੇ ਆਪ ਆਪਣੇ ਨੇਤਰਾਂ ਦੇ ਸਾਹਮਣੇ ਸਾਧ ਸੰਗਤ ਜੀ ਸ਼ਹੀਦ ਕਰਵਾਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦੇਣੀ ਹੈ। ਇਸ ਕਰਕੇ ਕੋਈ ਸਰੀਰ ਦੀ ਮਾਨਤਾ ਨਹੀਂ ਮਹਾਰਾਜ ਸਾਹਿਬ ਜੀ ਨੇ ਕਿ ਕੋਈ ਹੋਰ ਗੱਦੀ ਨਾ ਚੱਲੇ। ਆਮ ਇੱਕ ਗੱਲ ਹੁਣ ਸਾਡੇ ਸਿੱਖਾਂ ਦੇ ਵਿੱਚ ਕਈ ਵਾਰੀ ਕਹੀ ਜਾਂਦੀ ਆ ਵੀ ਆ ਫਲਾਣੇ ਬਾਬੇ ਦੀ ਗੱਦੀ। ਸਾਰੇ ਮਹਾਂਪੁਰਖ ਸਤਿਕਾਰਯੋਗ ਆ, ਸਤਿਕਾਰ ਕਰਨਾ ਚਾਹੀਦਾ, ਪਰ ਗੱਦੀ ਅੱਖਰ ਨਹੀਂ ਵਰਤਣਾ ਚਾਹੀਦਾ। ਗੱਦੀ ਤਾਂ ਇੱਕੋ ਹੀ ਆ ਗੁਰੂ ਘਰ ਦੇ ਵਿੱਚ, ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਦੀ, ਗੁਰਤਾ ਗੱਦੀ। ਕਈ ਵਾਰੀ ਆਪਾਂ ਨਾ ਸੁਭਾਵਿਕ ਕਹਿ ਦਿੰਦੇ ਆ ਵੀ ਫਲਾਣੇ ਮਹਾਂਪੁਰਖ ਦੀ ਗੱਦੀ ਚੱਲਦੀ, ਗੱਦੀ ਨਹੀਂ ਗੁਰੂ ਘਰ ਦੇ ਵਿੱਚ। ਸਾਧ ਸੰਗਤ ਜੀ, ਜੇ ਗੱਦੀਆਂ ਚਲਾਉਣੀਆਂ ਹੁੰਦੀਆਂ ਆਪਣੇ ਸਾਹਿਬਜ਼ਾਦੇ ਰੱਖ ਲੈਂਦੇ, ਫਿਰ ਗੱਦੀ ਚਲਾਉਂਦੇ ਇੱਕ ਵੱਖਰੀ ਆਪਣੀ। ਪਰ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ, ਆਗਿਆ ਭਈ ਅਕਾਲ ਕੇ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹਦਾ ਭਾਵ ਇਹ ਨਹੀਂ ਵੀ ਮਹਾਂਪੁਰਖਾਂ ਦਾ ਸਤਿਕਾਰ ਨਹੀਂ ਕਰਨਾ ਚਾਹੀਦਾ। ਗੁਰੂ ਸਾਹਿਬ ਦੀ ਬਾਣੀ 'ਚ ਕਹਿੰਦੇ ਆ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀਗਤ ਪਾਹੇ। ਸਤਿਕਾਰ ਕਰਨਾ ਇੱਕ ਵੱਖਰਾ ਹੈ, ਪਰ ਕਈ ਵਾਰੀ ਸਤਿਕਾਰ ਦੇ ਵਿੱਚ ਅਸੀਂ ਉਹ ਅੱਖਰ ਵਰਤ ਜਾਂਦੇ ਆ ਜਿਹੜੇ ਗੁਰੂ ਸਾਹਿਬ ਵਾਸਤੇ ਵਰਤਨੇ ਹੁੰਦੇ। ਜਿਹੜੇ ਅੱਖਰ ਗੁਰੂ ਸਾਹਿਬ ਵਾਸਤੇ ਵਰਤੇ ਜਾ ਸਕਦੇ ਉਹ ਸਿਰਫ ਗੁਰੂ ਸਾਹਿਬ ਵਾਸਤੇ ਹੀ ਵਰਤੇ ਜਾ ਸਕਦੇ ਆ, ਉਹ ਕਿਸੇ ਇਨਸਾਨ ਵਾਸਤੇ ਨਹੀਂ ਵਰਤੇ ਜਾ ਸਕਦੇ। ਹਾਂ, ਮਹਾਂਪੁਰਖ ਸਤਿਕਾਰਯੋਗ ਵਾ, ਸੰਪਰਦਾਵਾਂ ਟਕਸਾਲਾਂ ਜੋ ਗੁਰੂ ਸਾਹਿਬ ਜੀ ਨੇ ਆਪ ਚਲਾਈਆਂ, ਪਰ ਟਕਸਾਲ ਦੇ ਵਿੱਚ ਗੱਦੀ ਅੱਖਰ ਨਹੀਂ ਵਰਤਿਆ ਜਾਂਦਾ। ਹਾਂ, ਦਸਤਾਰ ਅੱਖਰ ਵਰਤਿਆ ਜਾਂਦਾ ਹੈ ਕਿ ਇਹ ਟਕਸਾਲ ਹੈ ਮਹਾਰਾਜ ਸਾਹਿਬ ਜੀ ਦੀ ਆਪਣੀ ਚਲਾਈ ਹੋਈ, ਉੱਥੇ ਗੱਦੀ ਨਹੀਂ ਵਰਤਿਆ ਜਾਂਦਾ। ਤੋ ਗੱਦੀ ਤਾਂ ਇੱਕੋ ਹੀ ਹੈ ਗੁਰੂ ਘਰ ਦੇ ਵਿੱਚ, ਉਹ ਹੈ ਗੁਰਤਾ ਗੱਦੀ, ਉਹ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ, ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਸ। ਤੇ ਖਾਲਸਾ ਪੰਥ ਨੂੰ ਮਹਾਰਾਜ ਨੇ ਬੇਅੰਤ ਵਡਿਆਈਆਂ ਦਿੱਤੀਆਂ, ਆਪਣੇ ਗੁਰਸਿੱਖਾਂ ਨੂੰ ਬੇਅੰਤ ਵਡਿਆਈਆਂ ਦਿੱਤੀਆਂ ਗਰੀਬ ਨਵਾਜ ਸਾਹਿਬ ਜੀ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਅੱਖਰ ਅਸੀਂ ਹੋਰ ਵੀ ਵਰਤਦੇ ਹਾਂ। ਅੱਜ ਬਾਬਾ ਜੁਝਾਰ ਸਿੰਘ ਸਾਹਿਬ ਜੀ ਦਾ ਆਗਮਨ ਦਿਹਾੜਾ ਹੈ। ਕਈ ਵਾਰੀ ਅਸੀਂ ਆਮ ਹੀ ਪ੍ਰੇਮ ਪਿਆਰ ਦੇ ਵਿੱਚ ਸੁਭਾਵਿਕ ਹੀ ਕਹਿ ਦਿੰਦੇ ਆ, ਇੱਕ ਸਿੱਖ ਦੂਸਰੇ ਸਿੱਖ ਦੇ ਬੱਚਿਆਂ ਦਾ ਹਾਲ ਚਾਲ ਪੁੱਛਦਾ ਤੇ ਉਹ ਕਹਿੰਦਾ ਕਿ ਭਾਈ ਸਿੰਘ ਤੁਹਾਡੇ ਸਾਹਿਬਜ਼ਾਦਿਆਂ ਦਾ ਕੀ ਹਾਲ ਆ, ਜਾਂ ਕਹਿ ਦਿੰਦਾ ਤੁਹਾਡੇ ਕਿੰਨੇ ਸਾਹਿਬਜ਼ਾਦੇ ਆ।
ਇੱਥੇ ਵੀ ਗਲਤੀ ਕਰਦੇ ਅਸੀਂ। ਸਾਹਿਬ ਦਾ ਅਰਥ ਹੈ ਮਾਲਕ, ਤੇ ਸਾਹਿਬਜ਼ਾਦੇ ਖਾਲਸਾ ਪੰਥ ਦੇ ਵਿੱਚ ਜਿਨ੍ਹਾਂ ਨੂੰ ਪੂਰਾ ਆਦਰ ਮਾਣ ਸਤਿਕਾਰ, ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਚੇਤੇ ਕਰਦੇ ਹਾਂ, ਉਹ 4 ਸਾਹਿਬਜ਼ਾਦੇ ਆ। ਉਂਝ ਸਾਹਿਬਜ਼ਾਦੇ ਬਾਕੀ ਗੁਰੂ ਸਾਹਿਬਾਂ ਦੇ ਵੀ ਆ, ਉਹ ਵੀ ਸਾਰੇ ਸਤਿਕਾਰਯੋਗ ਆ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਾਹਿਬਜ਼ਾਦੇ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ, ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ 5 ਸਾਹਿਬਜ਼ਾਦੇ, ਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ, 8ਵੇਂ ਮਹਾਰਾਜ ਤਾਂ ਛੋਟੀ ਆਰਬਲਾ ਵਿੱਚ ਸੱਚਖੰਡ ਪਿਆਨਾ ਕੀਤਾ, 9ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ 4 ਸਾਹਿਬਜ਼ਾਦੇ। ਤੇ ਸਿਰਫ ਗੁਰੂ ਕੇ ਪੁੱਤਰਾਂ ਦੇ ਵਾਸਤੇ ਹੀ ਸਾਹਿਬਜ਼ਾਦੇ ਅੱਖਰ ਵਰਤਿਆ ਜਾ ਸਕਦਾ ਵਾ, ਹੋਰ ਕਿਸੇ ਵਾਸਤੇ ਨਹੀਂ। ਵੀ ਕਿੰਨੇ ਸਾਹਿਬਜ਼ਾਦੇ ਜਾਂ ਸਾਹਿਬਜ਼ਾਦਿਆਂ ਦਾ ਕੀ ਹਾਲ ਹੈ, ਨਹੀਂ। ਸਾਹਿਬ ਦਾ ਅਰਥ ਹੈ ਮਾਲਕ, ਸਾਹਿਬ ਦਾ ਅਰਥ ਹੈ ਸਾਡੇ ਗੁਰੂ ਸਾਹਿਬ, ਤੇ ਗੁਰੂ ਕੇ ਪੁੱਤਰਾਂ ਨੂੰ ਆਖਿਆ ਜਾਂਦਾ ਹੈ ਸਾਹਿਬਜ਼ਾਦੇ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਸਾਡੇ ਤੇ ਸਾਧ ਸੰਗਤ ਜੀ ਕਿੱਡਾ ਵੱਡਾ ਪਰਉਪਕਾਰ ਕੀਤਾ। ਬਾਕੀ ਗੁਰੂ ਕੇ ਸਾਹਿਬਜ਼ਾਦੇ ਉਹ ਜਨਮ ਮਰਨ ਵਿੱਚ ਨਹੀਂ ਹਨ। ਜਿਹੜੇ ਬਚਨ ਗੁਰਬਾਣੀ ਦੇ ਅੰਦਰ ਆਉਂਦੇ ਆ ਨਾ, ਮਹਾਰਾਜ ਨੇ ਆਖਿਆ ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰਉਪਕਾਰੀ ਆਏ। ਇਹ ਗੁਰੂ ਕੇ ਸਾਹਿਬਜ਼ਾਦਿਆਂ ਵਾਸਤੇ ਆਪਾਂ ਪੰਕਤੀਆਂ ਪੜ੍ਹ ਸਕਦੇ। ਉਹ ਪਰਉਪਕਾਰ ਕਰਨ ਵਾਸਤੇ ਸੰਸਾਰ ਤੇ ਆਏ। ਉਹਨਾਂ ਨੇ ਆਪਣੀ ਕੌਮ ਨੂੰ, ਆਪਣੇ ਧਰਮ ਨੂੰ ਇਹ ਸਿੱਖਿਆ ਦਿੱਤੀ ਆ ਵੀ ਧਰਮ ਵਿੱਚ ਰਹਿ ਕਰਕੇ ਇੰਜ ਕੁਰਬਾਨੀਆਂ ਕਰੀਦੀਆਂ। ਧਰਮ ਨੂੰ ਆਪਣੇ ਸਰੀਰ ਨਾਲੋਂ ਵੀ ਵੱਧ ਕੇ ਪਿਆਰ ਕਰੀਦਾ। ਧਰਮ ਨੂੰ ਇੰਜ ਨਿਭਾਈਦਾ ਵਾ, ਪੁਰਜਾ ਪੁਰਜਾ ਕੱਟ ਕੇ ਵੀ ਸ਼ਹੀਦ ਹੋ ਜਾਈਏ ਤਾਂ ਵੀ ਸਿੱਖੀ ਨਹੀਂ ਛੱਡੀ ਦੀ। ਨੀਹਾਂ ਵਿੱਚ ਵੀ ਚਿਣੇ ਜਾਈਏ ਤੇ ਕਤਰਾ ਕਤਰਾ ਵੀ ਹੋ ਕੇ ਟੁਕੜੇ ਟੁਕੜੇ ਵੀ ਹੋ ਜਾਈਏ ਤੇ ਫਿਰ ਵੀ ਸਿੱਖੀ ਨਾਲ ਪਿਆਰ ਇਸ ਤਰ੍ਹਾਂ ਕਰੀਦਾ। ਤੇ ਸਾਹਿਬਜ਼ਾਦੇ ਤਾਂ ਸਾਧ ਸੰਗਤ ਜੀ ਰਹਿੰਦੀ ਦੁਨੀਆ ਦੀ ਇੱਕ ਅਮਰ ਹਨ ਸਦਾ ਵਾਸਤੇ। ਇਸ ਕਰਕੇ ਗੁਰੂ ਕੇ ਸਾਹਿਬਜ਼ਾਦੇ ਨੂੰ ਪ੍ਰੇਮ ਪਿਆਰ ਭੇਟਾ ਕਰਦਿਆਂ ਹੋਇਆਂ ਇਹ ਪਵਿੱਤਰ ਪੰਕਤੀਆਂ ਆਪਾਂ ਪੜ੍ਹੀਏ ਗੁਰੂ ਮਹਾਰਾਜ ਸਾਹਿਬ ਜੀ ਦੀਆਂ। ਬਾਬਾ ਜੁਝਾਰ ਸਿੰਘ ਸਾਹਿਬ ਜੀ ਦਾ ਅੱਜ ਆਗਮਨ ਦਿਹਾੜਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦੇ, ਧੰਨ ਮਾਤਾ ਅਜੀਤ ਕੌਰ ਜੀ ਦੇ ਲਾਡਲੇ। ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੇ ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ, ਜਨ जन्म मरण दोहु मह नाहे, जन्म मरण दोहु मह नाहे। जन पर उपकारी आए, जन पर उपकारी आए, जन पर उपकारी जन पर उपकारी आए, जन पर उपकारी आए, जन जी दान दे भगति लायन, जी दान दे भगति लायन, दान दे भगति लायन, दान दे भगति लायन। हर से ओ लैन मिलाए, जन पर उपकारी आए, हर से ओ लैन मिलाए, जन पर उपकारी पर उपकारी जन पर उपकारी आए, जन पर उपकारी आए, जन पर उपकारी आए। गुरु के साहिबजादे तो परोपकार करने वास्ते आए।
ਉਹ ਤਾਂ ਕੌਮ ਨੂੰ ਸੇਧ ਦੇਣ ਵਾਸਤੇ ਹੈ। ਉਹ ਤਾਂ ਨਕਸ਼ੇ ਕਦਮ ਪੂਰਨੇ ਪਾ ਕੇ ਗਏ ਵੀ ਇਹਨਾਂ ਤੇ ਚੱਲੋ, ਇਸ ਤਰ੍ਹਾਂ ਸਿੱਖੀ ਨੂੰ ਨਿਭਾਓ। ਤੇ ਅੱਜ ਉਹਨਾਂ ਦੇ ਨਿਸ਼ਾਨ ਝੁੱਲ ਰਹੇ ਆ, ਦਰਬਾਰ ਸੋਹਣੇ ਸੋਭਾ ਪਾ ਰਹੇ ਆ। ਜਦੋਂ ਕੋਈ ਚਮਕੌਰ ਸਾਹਿਬ ਜਾ ਕੇ ਨਮਸਕਾਰ ਕਰਦਾ ਹੈ, ਕੋਈ ਫਤਿਹਗੜ੍ਹ ਸਾਹਿਬ ਜਾ ਕੇ ਨਮਸਕਾਰ ਕਰਦਾ ਹੈ, ਤੇ ਉਸ ਵੇਲੇ ਫਿਰ ਹਿਰਦੇ ਦੇ ਵਿੱਚ ਉਹਨਾਂ ਦੀਆਂ ਪਵਿੱਤਰ ਯਾਦਾਂ ਵੀ ਇਸ ਤਰੀਕੇ ਦੇ ਨਾਲ ਸਿੱਖੀ ਨੂੰ ਪ੍ਰੇਮ ਕਰੀਦਾ, ਇਸ ਤਰ੍ਹਾਂ ਸਿੱਖੀ ਨਿਭਾਈ ਦੀ ਹੈ। ਤੋ ਐਸੇ ਸਾਧ ਸੰਗਤ ਜੀ, ਗੁਰੂ ਕੇ ਲਾਲ ਜਿਨ੍ਹਾਂ ਨੇ ਸਾਡੇ ਵਾਸਤੇ, ਆਪਣੀ ਕੌਮ ਵਾਸਤੇ ਆਪਣੇ ਖੂਨ ਦਾ ਇੱਕ ਇੱਕ ਕਤਰਾ ਡੋਲਿਆ, ਔਰ ਮਹਾਨ ਹੀ ਪਰਉਪਕਾਰੀ ਗੁਰੂ ਕੇ ਲਾਲ। ਤੋ ਲੜੀਵਾਰ ਰੂਪ ਦੇ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਾਵਨ ਇਤਿਹਾਸ, ਸਤਿਗੁਰੂ ਜੀ ਦਿੱਲੀ ਤੋਂ ਕਿਵੇਂ ਮਹਾਰਾਜ ਸਾਹਿਬ ਜੀ ਅੱਗੇ ਆਗਰੇ ਵੱਲ ਨੂੰ ਜਾ ਰਹੇ ਹਨ। ਦਿੱਲੀ ਸ਼ਹਿਰ ਦੇ ਵਿੱਚ ਮਾਤਾ ਸੁੰਦਰ ਕੌਰ ਜੀ ਨੂੰ ਛੱਡ ਕੇ ਚੱਲੇ ਸਤਿਗੁਰੂ ਜੀ। ਮਾਤਾ ਸਾਹਿਬ ਕੌਰ ਜੀ ਨੂੰ ਮਹਾਰਾਜ ਨੇ ਆਗਿਆ ਕੀਤੀ ਸੀ ਰਹਿਣ ਵਾਸਤੇ। ਉਹਨਾਂ ਆਖਿਆ, ਮਹਾਰਾਜ ਮੈਂ ਤਾਂ ਆਪ ਜੀ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਪਾਣੀ ਛਕਦੀ ਹਾਂ, ਮੈਨੂੰ ਤਾਂ ਆਪਣੇ ਨਾਲ ਹੀ ਲੈ ਕੇ ਚੱਲੋ। ਤੇ ਮਹਾਰਾਜ ਨੇ ਆਗਿਆ ਦੇ ਦਿੱਤੀ ਵੀ ਸਾਹਿਬ ਕੌਰ ਤੂੰ ਸਾਡੇ ਨਾਲ ਹੀ ਚੱਲ। ਤੇ ਮਾਤਾ ਸੁੰਦਰ ਕੌਰ ਜੀ ਨੂੰ ਸੰਗਤਾਂ ਦੇ ਬੇਨਤੀ ਕਰਨ ਤੋਂ ਦਿੱਲੀ ਵਿੱਚ ਮਹਾਰਾਜ ਸਾਹਿਬ ਜੀ ਨੇ ਛੱਡਿਆ ਹੈ। ਇਸ ਤੋਂ ਅੱਗੇ ਜਿਵੇਂ ਗਰੀਬ ਨਵਾਜ਼ ਜੀ ਦਾ ਪਾਵਨ ਇਤਿਹਾਸ ਆ ਰਿਹਾ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਰਾ ਤੇਗ ਬਹਾਦਰ ਸਤਿਗੁਰੂ ਨਾਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਜਿਸ ਥਾਲ ਕੇ ਸੰਸਕਾਰ, ਜਿਸ ਥਾਲ ਕੀਏ ਸੰਸਕਾਰ, ਜਿਸ ਥਾਂ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਧੜ ਦਾ ਸੰਸਕਾਰ ਕੀਤਾ ਗਿਆ ਸੀ, ਭਾਈ ਲੱਖੀ ਸ਼ਾਹ ਵਣਜਾਰੇ ਨੇ। ਇਹ ਭਾਈ ਮਨੀ ਸਿੰਘ ਸਾਹਿਬ ਜੀ ਦੇ ਸਹੁਰਾ ਸਾਹਿਬ ਸਨ। ਉਹਨਾਂ ਨੇ ਆਪਣੇ ਘਰ ਵਿੱਚ ਮਹਾਰਾਜ ਨਾਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਧੜ ਦਾ ਸੰਸਕਾਰ ਜਿੱਥੇ ਕੀਤਾ ਸੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉੱਥੋਂ ਦਿੱਲੀ ਦੇ ਸਿੱਖਾਂ ਨੂੰ ਆਗਿਆ ਕਰਕੇ ਉਸ ਥਾਂ ਨੂੰ ਪ੍ਰਗਟ ਕੀਤਾ ਕਿ ਭਾਈ ਤੁਹਾਨੂੰ ਪਤਾ ਹੈ ਕਿਹੜੇ ਥਾਂ ਤੇ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਧੜ ਦਾ ਸੰਸਕਾਰ ਹੋਇਆ ਸੀ। ਉਹਨਾਂ ਬਜ਼ੁਰਗਾਂ ਨੇ ਦੱਸਿਆ, ਹਾਂ ਮਹਾਰਾਜ ਸਾਨੂੰ ਪਤਾ ਹੈ, ਜਿੱਥੇ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਪਾਵਨ ਧੜ ਦਾ ਸੰਸਕਾਰ ਕੀਤਾ ਸੀ। ਸਤਿਗੁਰੂ ਜੀ ਨੇ ਆਪਣੇ ਕੋਲੋਂ ਮਾਇਆ ਦਿੱਤੀ, ਖਜ਼ਾਨਾ ਦਿੱਤਾ, ਤੇ ਦਿੱਲੀ ਦੀ ਸੰਗਤ ਨੂੰ ਆਖਿਆ ਵੀ ਉੱਥੇ ਸੋਹਣਾ ਦਰਬਾਰ ਬਣਾਓ, ਪਿਤਾ ਜੀ ਦੇ ਪਾਵਨ ਧੜ ਦਾ ਜਿੱਥੇ ਸੰਸਕਾਰ ਹੋਇਆ, ਔਰ ਉੱਥੇ ਪੂਜਾ ਸੇਵਾ ਕਰੋ, ਤੁਹਾਨੂੰ ਮਨ ਦੀਆਂ ਮੁਰਾਦਾਂ ਹਾਸਲ ਹੋਣਗੀਆਂ। ਤੇ ਦਿੱਲੀ ਦੀ ਸੰਗਤ ਨੇ ਫਿਰ ਮਹਾਰਾਜ ਦਾ ਵਚਨ ਮੰਨ ਕੇ ਗੁਰੂ ਕੀ ਆਗਿਆ ਦੇ ਨਾਲ ਉਹ ਅਸਥਾਨ ਕਾਇਮ ਕੀਤਾ। ਇੱਥੇ ਦੱਸ ਰਹੇ ਆ ਵੀ ਮਹਾਰਾਜ ਸਾਹਿਬ ਜੀ ਨੇ ਬਿਦਤਾਇਓ ਉਸ ਸਥਾਨ ਨੂੰ ਪ੍ਰਗਟ ਕੀਤਾ, ਮੰਦਿਰ ਬਣਿਓ, ਭਾਵ ਦਰਬਾਰ ਬਣਿਆ ਉੱਥੇ ਸੋਹਣਾ। ਹਾਂਜੀ, ਤੇ ਸੁੰਦਰ ਅਨੇਕ ਪ੍ਰਕਾਰ ਦੀ ਜਿਸ ਦਰਬਾਰ ਦੇ ਵਿੱਚ ਸੁੰਦਰਤਾਈ ਕੀਤੀ ਗਈ, ਇਹ ਗੁਰੂ ਸਾਹਿਬ ਜੀ ਦਾ ਦਰਬਾਰ ਬਣਿਆ। ਦੇਖੋ ਸਾਧ ਸੰਗਤ ਜੀ, ਇੱਕ ਮਹਿਮਾ ਹੈ ਨਾਮ ਦੀ, ਇੱਕ ਵਡਿਆਈ ਹੈ ਰੂਹਾਨੀਅਤ ਦੀ, ਤੇ ਇੱਕ ਜਿਹੜੀ ਸੋਭਾ ਹੈ ਉਹ ਮਾਇਆ ਦੀ। ਗੁਰੂ ਸਾਹਿਬ ਜੀ ਨੇ ਆਖਿਆ ਨਾ, ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਇਹ ਜਦੋਂ ਆਉਂਦੀ ਹੈ ਤੇ ਚਾਰ ਕੁ ਦਿਨ ਬੜੀ ਆਪਣੀ ਚਮਕ ਦਮਕ ਵਿਖਾਉਂਦੀ ਆ ਮਾਇਆ, ਤੇ ਮਾਇਆ ਦੀ ਸੋਭਾ ਚਾਰ ਕੁ ਦਿਨ ਦੀ ਹੁੰਦੀ ਹੈ। ਅੱਗੇ ਪਿੱਛੇ ਭੱਜੇ ਫਿਰਦੇ ਹਨ ਨੌਕਰ ਚਾਕਰ ਚਾਰ ਕੁ ਦਿਨ, ਤੇ ਜਦੋਂ ਮਾਇਆ ਜਿਹੜੀ ਉਹ ਚਲੇ ਜਾਂਦੀ ਆ ਤੇ ਫਿਰ ਮਾਇਆ ਦੀ ਸੋਭਾ ਵੀ ਨਾਲ ਹੀ ਚਲੇ ਜਾਂਦੀ। ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਇਸ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਕੱਚਾ ਰੰਗ। ਮਾਇਆ ਦਾ ਜਿਹੜਾ ਕੱਚਾ ਰੰਗ ਆ, ਇਹ ਚੜ੍ਹਦਾ ਵੀ ਬੜੀ ਛੇਤੀ ਆ ਤੇ ਲਹਿੰਦਾ ਵੀ ਬੜੀ ਛੇਤੀ ਆ, ਚੜ੍ਹ ਵੀ ਛੇਤੀ ਜਾਂਦਾ। ਇਸੇ ਨੂੰ ਹੀ ਮਹਾਂਪੁਰਖ ਸੌਖੇ ਜਿਹੇ ਅੱਖਰਾਂ 'ਚ ਕਿਹਾ ਕਰਦੇ ਕਿ ਇਹ ਮਾਇਆ ਦੇ ਹੀ ਨਾਮ ਆ। ਇਨ ਮਾਇਆ ਕੇ ਤੀਨ ਨਾਮ, ਪਰਸੂ ਪਰਸਾ ਪਰਸਰਾਮ। ਤੇ ਇਹ ਮਾਇਆ ਦਾ ਜਿਹੜਾ ਕੱਚਾ ਰੰਗ ਹੈ, ਤੇ ਸਤਿਗੁਰਾਂ ਨੇ ਧੁਰਕੀ ਬਾਣੀ 'ਚ ਆਖਿਆ ਕੱਚਾ ਰੰਗ ਕਸੁੰਭ ਕਾ।
ਥੋੜੜਿਆ ਦਿਨ 4 ਜੀਓ। ਇਹ ਥੋੜੇ ਜਿਹੇ ਦਿਨਾਂ 4 ਕੁ ਦਿਨਾਂ ਵਾਸਤੇ ਆ ਮਾਇਆ ਦਾ ਰੰਗ ਚੜਿਆ ਹੋਇਆ ਸੀ ਨਾ ਔਰੰਗਜ਼ੇਬ ਨੂੰ। ਤੇ ਹੁਣ ਇੱਥੇ ਸਤਿਗੁਰੂ ਨਾਵੇਂ ਪਾਤਸ਼ਾਹ ਦੇ ਸਥਾਨ ਦਾ ਜ਼ਿਕਰ ਆਇਆ। ਪਿੱਛੇ ਸਾਧ ਸੰਗਤ ਜੀ ਔਰੰਗਜ਼ੇਬ ਦਾ ਵੀ ਜ਼ਿਕਰ ਆਇਆ। ਮਹਾਰਾਜ ਦਾ ਜਫਰਨਾਮਾ ਪੜ੍ਹ ਕੇ ਅਹਿਮਦਨਗਰ ਦੇ ਵਿੱਚ ਔਰੰਗਜ਼ੇਬ ਉਹ ਕਿਵੇਂ ਆਪਣੀ ਕੀਤੀ ਦਾ ਫਲ ਭੋਗਦਾ ਹੋਇਆ। ਉਹਦੀ ਆਪਣੀ ਜਿਹੜੀ ਖਾਧਾ ਪੀਤਾ ਜਿਹੜਾ ਸੀ ਨਾ, ਉਹ ਫਿਰ ਉਹਦੀ ਵਿਸ਼ਟਾ ਜਿਹੜੀ ਹੈ ਉਹ ਵਾਪਸ ਮੂੰਹ ਥਾਣੀ ਆਉਂਦੀ ਸੀ ਉਸ ਨੂੰ, ਔਰੰਗਜ਼ੇਬ ਨੂੰ। ਫਿਰ ਮੂੰਹ ਥਾਣੀ ਉਹ ਸਾਰੀ ਕਿਰਿਆ ਕਰਦਾ ਰਿਹਾ ਅਖੀਰਲੇ ਸਵਾਸਾਂ ਤੇ। ਔਰੰਗਜ਼ੇਬ ਇੰਨਾ ਦੁਖੀ ਹੋ ਕਰਕੇ ਮਰਿਆ। ਤੇ ਮਰਨ ਤੋਂ ਮਗਰੋਂ ਜਿੱਥੇ ਉਹਨੂੰ ਦਫਨਾਇਆ ਗਿਆ, ਉੱਥੇ ਉਹ ਜੰਗਲ ਦੇ ਵਿੱਚ ਕੱਚੀ ਉਹਦੀ ਕਬਰ ਬਣਾਈ ਗਈ, ਕਿਉਂਕਿ ਉਹ ਲਿਖ ਕੇ ਮਰਿਆ ਸੀ। ਕਹਿੰਦਾ ਸੀ ਵੀ ਮੇਰੀ ਕਬਰ ਵੀ ਪੱਕੀ ਨਾ ਬਣਾਇਓ, ਮੇਰੀ ਕਬਰ ਦੇ ਉੱਤੇ ਕੋਈ ਰੁੱਖ ਵੀ ਨਾ ਲਾਇਓ। ਉਹ ਸੰਗੀਆਂ ਸਾਥੀਆਂ ਨੇ ਪੁੱਛਿਆ ਸੀ ਵੀ ਬਾਦਸ਼ਾਹ ਇਹ ਗੱਲ ਕਿਉਂ ਕਹਿਣਾ ਹੈ ਵੀ ਕਬਰ ਪੱਕੀ ਨਾ ਬਣਾਇਓ ਤੇ ਰੁੱਖ ਵੀ ਨਾ ਲਾਇਓ? ਕਹਿੰਦਾ ਮੈਂ ਪਾਪ ਹੀ ਇੰਨੇ ਕੀਤੇ ਆ। ਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਜਫਰਨਾਮਾ ਫਤਿਹ ਦੀ ਚਿੱਠੀ ਪੜ੍ਹ ਕੇ ਮੈਨੂੰ ਸੋਝੀ ਆਈ ਆ। ਇਸ ਕਰਕੇ ਮੇਰੇ ਵਰਗੇ ਪਾਪੀ ਦੀ ਕਬਰ ਵੀ ਪੱਕੀ ਨਹੀਂ ਹੋਣੀ ਚਾਹੀਦੀ। ਮੇਰੀ ਕਬਰ ਦੇ ਉੱਤੇ ਫੁੱਲ ਵੀ ਨਾ ਰੱਖਿਓ, ਮੇਰੀ ਕਬਰ ਦੇ ਲਾਗੇ ਕੋਈ ਰੁੱਖ ਵੀ ਨਾ ਲਾਇਓ, ਕਿਉਂਕਿ ਮੇਰੇ ਵਰਗੇ ਪਾਪੀ ਨੂੰ ਕਿਸੇ ਦਰਖਤ ਦੀ ਛਾਂ ਵੀ ਨਹੀਂ ਲੈਣੀ ਚਾਹੀਦੀ। ਤਾਂ ਉਹਦੀ ਕਬਰ ਦੇ ਉੱਤੇ ਅੱਜ ਕੋਈ ਨਹੀਂ ਉਹਨੂੰ ਪੁੱਛਦਾ ਔਰੰਗਜ਼ੇਬ ਨੂੰ। ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜਿੱਥੇ ਧੜ ਦਾ ਸੰਸਕਾਰ ਕੀਤਾ ਗਿਆ, ਉਹ ਦਰਬਾਰ ਦਸਮ ਪਾਤਸ਼ਾਹ ਨੇ ਆਪ ਬਣਾਇਆ। ਉੱਥੇ ਲੈਣਾ ਨਹੀਂ ਟੁੱਟਦੀਆਂ ਸੰਗਤ ਦੀਆਂ, 24 ਘੰਟੇ ਲੈਣਾ ਨਹੀਂ ਟੁੱਟਦੀਆਂ। ਨਾਵੇਂ ਪਾਤਸ਼ਾਹ ਦੇ ਪਿਆਰ ਦੇ ਵਿੱਚ ਜੋਤਾਂ ਜਗਦੀਆਂ ਉੱਥੇ ਘਿਓ ਦੀਆਂ। ਸੰਗਤਾਂ ਆ ਕਰਕੇ ਦੇਸੀ ਘਿਓ ਪਾਉਂਦੀਆਂ ਗੁਰੂ ਕੇ ਪਿਆਰ ਦੇ ਵਿੱਚ। ਨਾਵੇਂ ਪਾਤਸ਼ਾਹ ਜਿੱਥੇ ਮਹਾਰਾਜ ਦਾ ਸੀਸ ਧੜ ਤੋਂ ਵੱਖਰਾ ਹੋਇਆ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ, ਉੱਥੇ ਸੰਗਤਾਂ ਦੀ ਲਾਈਨ ਲੱਗੀ ਰਹਿੰਦੀ ਆ, ਕਤਾਰਾਂ ਲੱਗੀਆਂ ਰਹਿੰਦੀਆਂ ਦਿੱਲੀ ਦੇ ਵਿੱਚ ਸੀਸਗੰਜ ਸਾਹਿਬ ਤੇ ਰਕਾਬਗੰਜ ਸਾਹਿਬ, ਨਮਸਕਾਰਾਂ ਕਰਨ ਵਾਲਿਆਂ ਦੀ। ਕਿਉਂਕਿ ਗੁਰੂ ਸਾਹਿਬ ਜੀ ਦੀ ਕੁਰਬਾਨੀ, ਇੱਕ ਹਿੰਦੁਸਤਾਨ ਦਾ ਬਾਦਸ਼ਾਹ, ਤੇ ਜਿੱਥੇ ਉਹਨੂੰ ਦਫਨਾਇਆ ਗਿਆ ਵਾ ਕਬਰ ਦੇ ਉੱਤੇ ਇੱਕ ਵਾਰੀ ਗਿਆਨੀ ਗੁਰੂ ਕੇ ਪੰਥ ਦੇ ਮਹਾਨ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਉੱਥੇ ਚਲੇ ਗਏ। ਔਰੰਗਜ਼ੇਬ ਦੀ ਜਿੱਥੇ ਕਬਰ ਬਣੀ, ਕਥਾ ਕਰਦੇ ਸੀ, ਵੇਖਣ ਵਾਸਤੇ ਗਏ ਵੀ ਵੇਖੀਏ ਔਰੰਗਜ਼ੇਬ ਦੀ ਕਬਰ ਨੂੰ। ਉਹਨਾਂ ਨੇ ਕਥਾ 'ਚ ਦੱਸਿਆ, ਕਹਿੰਦੇ ਵੀ ਉੱਥੇ ਖਲੋਤਾ ਇੱਕ ਆਦਮੀ ਤੇ ਉਹ ਰੁਪਈਆ ਮੰਗਦਾ ਪਿਆ ਸੀ। ਕਹਿੰਦੇ ਮੈਂ ਪੁੱਛਿਆ ਭਾਈ ਕਾਹਦੇ ਵਾਸਤੇ ਮੰਗਦਾ? ਕਹਿੰਦਾ ਪੈਸੇ ਮੈਂ ਇਕੱਠੇ ਕਰਕੇ ਥੋੜੇ ਜਿਹੇ ਤੇ ਔਰੰਗਜ਼ੇਬ ਦੀ ਕਬਰ ਦੇ ਲਾਗੇ ਦੀਵਾ ਬਾਲਦਾ, ਉਹਦੇ ਕਬਰ ਦੇ ਕੋਲੇ ਦੀਵਾ ਬਾਲਣ ਵਾਸਤੇ ਰੁਪਈਆ ਇਕੱਠਾ ਕਰਦਾ। ਇਧਰਲੇ ਪਾਸੇ ਕਹਿੰਦੇ ਫਿਰ ਮੇਰੇ ਖਿਆਲ 'ਚ ਆਇਆ ਵੀ ਇਧਰ ਨਾਵੇਂ ਪਾਤਸ਼ਾਹ ਦੇ ਤਾਂ ਘਿਓ ਦੀਆਂ ਜੋਤਾਂ ਜਗਣ ਲਈਆਂ, ਲੈਣਾ ਲੱਗੀਆਂ ਪਈਆਂ। ਇੱਥੇ ਤਾਂ ਕਤਾਰਾਂ ਨਹੀਂ ਟੁੱਟਦੀਆਂ ਨਮਸਕਾਰਾਂ ਕਰਨ ਵਾਲਿਆਂ ਦੀਆਂ। ਤੇ ਮਹਾਰਾਜ ਸਾਹਿਬ ਜੀ ਸਭ ਦੇ ਝੋਲੀਆਂ ਭਰ ਰਹੇ ਆ, ਸਭ ਦੇ ਲੇਖ ਬਦਲ ਰਹੇ ਆ, ਤੇ ਉਧਰਲੇ ਪਾਸੇ ਉਹਨੂੰ ਕੋਈ ਪੁੱਛਦਾ ਕੋਈ ਨਹੀਂ। ਔਰੰਗਜ਼ੇਬ ਬਾਦਸ਼ਾਹ, ਐਸੀ ਉਹਦੀ ਹਾਲਤ। ਤਾਂ ਇੱਧਰ ਜੋ ਮਹਾਰਾਜ ਸਾਹਿਬ ਜੀ ਦਾ ਸੋਹਣਾ ਦਰਬਾਰ ਹੈ, ਇਸੇ ਕਰਕੇ ਆਖਿਆ ਨਾ ਵੀ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਉਹ ਧਰਤੀ ਪਵਿੱਤਰ ਹੋ ਜਾਂਦੀ ਹੈ। ਤੇ ਜਿੱਥੇ ਸਾਧ ਸੰਗਤ ਜੀ ਨਾਵੇਂ ਪਾਤਸ਼ਾਹੀ ਦਾ ਪਵਿੱਤਰ ਖੂਨ ਡੁੱਲਿਆ, ਤੇ ਉਹ ਤਾਂ ਮਹਾਰਾਜ ਸਾਹਿਬ ਜੀ ਸ਼ਹੀਦਾਂ ਦੇ ਵੀ ਸ਼੍ਰੋਮਣੀ ਸ਼ਹੀਦ ਹਨ। ਸਤਿਗੁਰੂ ਜੀ शहीदों की कत्लगाह से क्या बेहतर है काबा, शहीदों की खाक पे तो खुदा भी कुर्बान होता है। पर ये तो खुदा का रूप आप धन गुरु तेग बहादुर साहब जी महाराज। तो जिथे सतगुरु जी का सोहना मंदिर बनया, सुंदर अनेक प्रकार अनेक प्रकार की उत्थे सुंदरता की गई। ये दसम पातशाह जी ने आप दिल्ली दीयां संगतां नूं कह के स्थान प्रगट करवा के ते आप माया दे के संगत नूं आख्या तुसी सेवा करके ये सारा स्थान जिहड़ा है बनाओ। ये दरबार साहिब बनाया गया श्री रकाबगंज साहिब। इस तरह पिता श्री गुरु तेग बहादुर साहिब महाराज जी का अस्थान ये रकाबगंज साहिब ते सीसगंज साहिब ये महाराज साहिब जी ने प्रगट भी किए ते संगत दे विच गरीब नवाज साहिब जी ने ये आग्या भी की, ये महिमा भी इस स्थान की प्रगट की। सत संगत का इत्थे जोड़ कराया।
ਜੋੜ ਮੇਲ ਕਰਾਇਆ, ਭਾਵ ਸੰਗਤ ਨੂੰ ਆਖਿਆ ਇੱਥੇ ਜੋੜ ਕੇ ਬੈਠਿਆ ਕਰੋ, ਇੱਥੇ ਭਾਈ ਗੁਰਬਾਣੀ ਪੜ੍ਹਿਆ ਕਰੋ, ਗੁਰਮੰਤਰ ਮੂਲ ਮੰਤਰ ਪੜ੍ਹਿਆ ਕਰੋ, ਸਵੇਰੇ ਸ਼ਾਮੀ ਦੀਵਾਨ ਸਜਾਇਆ ਕਰੋ ਔਰ ਇਹ ਸੇਵਾ ਕਰਿਆ ਕਰੋ ਪਿਤਾ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੀ। ਇਹ ਸਤ ਸੰਗਤ ਦਾ ਇਕੱਠ ਮਹਾਰਾਜ ਜੀ ਨੇ ਕੀਤਾ ਤੇ ਆਪਣੇ ਮਹਿਲ ਮਾਤਾ ਸੁੰਦਰ ਕੌਰ ਜੀ ਨੂੰ ਦਿੱਲੀ ਸ਼ਹਿਰ ਦੇ ਵਿੱਚ ਇੱਥੇ ਟਿਕਾਉਣਾ ਕੀਤਾ। ਮਾਤਾ ਜੀ ਨੂੰ ਆਖਿਆ ਆਪਣੇ ਮਹਿਲਾਂ ਨੂੰ ਕਿ ਤੁਸੀਂ ਇੱਥੇ ਰਹਿ ਕਰਕੇ ਇਹ ਸਾਰਾ ਪ੍ਰਬੰਧ ਵੇਖੋ, ਸੰਗਤਾਂ ਨੂੰ ਦਰਸ਼ਨ ਦਿਓ, ਨਾਮ ਬਾਣੀ ਦੇ ਨਾਲ ਜੋੜੋ ਸੰਗਤਾਂ ਨੂੰ। ਤੇ ਪੰਜਾਬ ਦੇ ਵੀ ਜਿੰਨੇ ਸਿੱਖ ਹਨ, ਜਿਨ੍ਹਾਂ ਜਿਨ੍ਹਾਂ ਸਥਾਨਾਂ ਤੇ ਸੇਵਾ ਨਿਭਾ ਰਹੇ ਆ, ਉਹ ਵੀ ਸਾਰੇ ਆ ਕਰਕੇ ਤੁਹਾਨੂੰ ਮਿਲਿਆ ਕਰਨਗੇ। ਹੁਣ ਆਪ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਹਿਰਦੇ ਦੇ ਵਿੱਚ ਚਾਹੁੰਦੇ ਆ ਕਿ ਅਸੀਂ ਹੁਣ ਦਿੱਲੀ ਤੋਂ ਸਵਾਰ ਹੋ ਕਰਕੇ ਤੇ ਅੱਗੇ ਆਗਰੇ ਵੱਲ ਨੂੰ ਜਾਈਏ। ਸਾਰੀਆਂ ਸੰਗਤਾਂ ਨੂੰ ਮਹਾਰਾਜ ਸਾਹਿਬ ਜੀ ਨੇ ਦੱਸ ਦਿੱਤਾ ਕਿ ਭਾਈ ਸਾਡੇ ਹੁਣ ਚਾਲੇ ਆ, ਅਸੀਂ ਹੁਣ ਇੱਥੋਂ ਕੂਚ ਕਰਾਂਗੇ ਦਿੱਲੀ ਤੋਂ ਤੇ ਅੱਗੇ ਮਥੁਰਾ ਥਾਣੀ ਹੁੰਦਿਆਂ ਹੋਇਆਂ ਅਸੀਂ ਆਗਰੇ ਜਾਵਾਂਗੇ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਦੱਸ ਦਿੱਤਾ, ਸਾਰਿਆਂ ਨੂੰ ਸੁਣਾ ਦਿੱਤਾ ਆਪਣੇ ਜਾਣ ਦਾ। ਜਿਵੇਂ ਜਿਵੇਂ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਮਹਾਰਾਜ ਸਾਹਿਬ ਜੀ ਨੇ ਸਵੇਰੇ ਚਲੇ ਜਾਣਾ ਹੈ, ਇਸ ਕਰਕੇ ਸਮੂਹ ਸਿੱਖ ਸੰਗਤਾਂ ਦਾ ਸੋਭਨੀਕ ਮੇਲ ਹੋਇਆ। ਸਾਰੇ ਪਰਿਵਾਰਾਂ ਦੇ ਪਰਮਾਰ ਸਿੱਖ ਆਏ ਕਿ ਮਹਾਰਾਜ ਦਸਮ ਪਾਤਸ਼ਾਹ ਜੀ ਜਾ ਰਹੇ ਆ ਤੇ ਕਰੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਈਏ। ਭਾਈ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸਿੱਖਾਂ ਦਾ ਵੱਡਾ ਭਾਰੀ ਸੋਭਨੀਕ ਜੋੜ ਮੇਲ ਹੋਇਆ। ਅਨੇਕ ਪ੍ਰਕਾਰ ਦੀਆਂ ਅਕੋਰਨ ਕਹਿੰਦੇ ਹਨ ਭੇਟਾਵਾਂ ਨੂੰ। ਭੇਟਾਵਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਰੱਖ ਕਰਕੇ ਤੇ ਸੰਗਤਾਂ ਨੇ, ਸਿੱਖਾਂ ਸੇਵਕਾਂ ਨੇ ਹੱਥ ਜੋੜੇ। ਮਹਾਰਾਜ ਸਾਹਿਬ ਜੀ ਦੇ ਜੋ ਸੋਹਣੇ ਚਰਨ ਕਮਲ ਹਨ, ਸੁਖ ਸਦਮ, ਸੁੱਖਾਂ ਦਾ ਘਰ ਹੀ ਆ ਮਹਾਰਾਜ ਦੇ ਚਰਨ। ਜਿੱਥੇ ਜਿੱਥੇ ਮਹਾਰਾਜ ਦੇ ਚਰਨ ਟਿਕੇ ਉੱਥੇ ਉੱਥੇ ਸੁੱਖਾਂ ਦੇ ਘਰ ਹੀ ਬਣ ਗਏ। ਸਾਧ ਸੰਗਤ ਦੇਖੋ ਮਹਾਰਾਜ ਦੇ ਚਰਨ ਹੀ ਟਿਕੇ ਆ। ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚਰਨ ਟਿਕਾਏ ਆ, ਚੌਂਕੜਾ ਲਾਇਆ ਤੇ ਮਹਾਰਾਜ ਦੇ ਚਰਨਾਂ ਦਾ ਸਦਕਾ ਹੀ ਗੁਰਦੁਆਰਾ ਬੇਰ ਸਾਹਿਬ ਬਣਿਆ। ਧੰਨ ਗੁਰੂ ਨਾਨਕ ਸਾਹਿਬ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਜਿੱਥੇ ਜਿੱਥੇ ਮਹਾਰਾਜ ਨੇ ਚਰਨ ਰੱਖੇ ਵੇਖੋ ਉੱਥੇ ਉੱਥੇ ਮਹਾਰਾਜ ਦੇ ਦਰਬਾਰ ਬਣੇ। ਗੁਰੂ ਕੇ ਇਤਿਹਾਸਕ ਸਥਾਨ, ਗੁਰੂ ਕੇ ਲੰਗਰ ਚੱਲਦੇ ਪਏ ਆ। ਕਿੱਡੀ ਵੱਡੀ ਮਹਿਮਾ ਸਤਿਗੁਰਾਂ ਦੀ। ਸਾਰੀ ਜ਼ਿੰਦਗੀ 'ਚ ਬੰਦਾ ਸਾਰੇ ਅਸਥਾਨ ਦਰਸ਼ਨ ਹੀ ਨਹੀਂ ਕਰ ਸਕਦਾ, ਇੰਨੇ ਅਸਥਾਨ ਗੁਰੂ ਸਾਹਿਬਾਂ ਦੇ। ਇੱਕ ਇੱਕ ਰਾਤ ਰਹਿਣ ਲੱਗ ਪਵੇ ਸਾਰੇ ਥਾਵਾਂ ਤੇ, ਮਹੀਨਾ ਤੇ ਸੁਲਤਾਨਪੁਰ ਸਾਹਿਬ 'ਚ ਹੀ ਲੰਘ ਜਾਣਾ। ਬਾਕੀ ਪਰਾਂ ਡੱਲੇ ਹੋਰ ਥਾਵਾਂ ਤੇ, ਸ੍ਰੀ ਤਰਨ ਤਾਰਨ ਸਾਹਿਬ, ਸ੍ਰੀ ਖਡੂਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਕਿੰਨੇ ਮਹਾਰਾਜ ਦੇ ਅਸਥਾਨ। ਬਾਕੀ ਸਾਰੇ ਅਸਥਾਨਾਂ ਤੇ ਜੇ ਬੰਦਾ ਚਾਹਵੇ ਵੀ ਇੱਕ ਇੱਕ ਰਾਤ ਸਾਰੇ ਇਤਿਹਾਸਕ ਸਥਾਨਾਂ ਤੇ ਰਹਿਣਾ ਤੇ ਕਿੰਨੇ ਸਮੇਂ ਦੇ ਵਿੱਚ ਸਾਰੇ ਅਸਥਾਨ ਦਰਸ਼ਨ ਕਰੇਗਾ। ਕਈ ਵਿਦੇਸ਼ਾਂ ਵਿੱਚ ਵੀ ਆ ਮਹਾਰਾਜ ਦੇ ਅਸਥਾਨ। ਵੇਖੋ ਕਿੱਡੀਆਂ ਵੱਡੀਆਂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਕੋਈ ਵੀ ਆਵੇ ਆ ਕਰਕੇ ਇੱਥੋਂ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕਰੇ, ਗੁਰੂ ਕਾ ਉਪਦੇਸ਼ ਲਵੇ, ਗੁਰੂ ਕੇ ਲੰਗਰ ਵਿੱਚ ਹਾਜ਼ਰੀ ਲਾਵੇ, ਪ੍ਰਸ਼ਾਦਾ ਪਾਣੀ ਛਕੇ। ਸਾਰੀਆਂ ਖੁਰਾਕਾਂ ਗੁਰੂ ਘਰ ਵਿੱਚੋਂ ਮਿਲਦੀਆਂ, ਤਨ ਦੀ ਵੀ, ਮਨ ਦੀ ਵੀ, ਰੂਹ ਦੀ ਖੁਰਾਕ ਵੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਤਾਂ ਸੁੱਖਾਂ ਦਾ ਘਰ ਵਾ। ਜੋ ਸੁੱਖਾਂ ਦਾ ਘਰ ਮਹਾਰਾਜ ਦੇ ਚਰਨਾਂ ਨੇ ਉਹਨਾਂ ਨੂੰ ਨਿਹੋਰੇ ਕਹੀਏ ਪੂਜਿਆ। ਚਰਨਾਂ ਕਮਲਾਂ ਤੇ ਨਮਸਕਾਰਾਂ ਸੰਗਤਾਂ ਨੇ ਕੀਤੀਆਂ। ਤੇ ਜਿਹੋ ਜਿਹੋ ਜੀ ਕਿਸੇ ਦੀ ਭਾਵਨਾ ਹੈ ਨਾ, ਕਿਉਂਕਿ ਹਰ ਇੱਕ ਦੀ ਵੱਖਰੀ ਵੱਖਰੀ ਭਾਵਨਾ ਹੁੰਦੀ ਹੈ। ਕਿਸੇ ਦੀ ਕਿਸੇ ਤਰ੍ਹਾਂ ਦੀ ਭਾਵਨਾ, ਕਿਸੇ ਦੀ ਕਿਸੇ ਤਰ੍ਹਾਂ ਦੀ ਭਾਵਨਾ। ਕੋਈ ਕੁਝ ਚਾਹੁੰਦਾ, ਕੋਈ ਕੁਝ ਚਾਹੁੰਦਾ। ਜਿਸ ਤਰ੍ਹਾਂ ਦੀ ਕਿਸੇ ਨੇ ਭਾਵਨਾ ਧਾਰਨ ਕਰਕੇ ਮਹਾਰਾਜ ਦੇ ਚਰਨਾਂ ਨੂੰ ਨਮਸਕਾਰਾਂ ਕੀਤੀਆਂ, ਗੁਰੂ ਜੀ ਦੇ ਦਰਸ਼ਨ ਕੀਤੇ। ਉਸੇ ਤਰ੍ਹਾਂ ਸਾਰਿਆਂ ਨੇ ਮਹਾਰਾਜ ਸਾਹਿਬ ਜੀ ਨੂੰ ਜਾਣ ਜਾਣ ਕੇ ਆਪਣੇ ਨੇਤਰ ਹੀ ਰੋਕੇ ਹੋਏ। ਕਹਿੰਦੇ ਕਿ ਭਾਵਨਾ ਵਾਲਿਆਂ ਦੀਆਂ ਅੱਖਾਂ ਹੀ ਖਲੋ ਗਈਆਂ ਮਹਾਰਾਜ ਦੇ ਦਰਸ਼ਨ ਕਰਨ ਦੇ ਵਿੱਚ। ਖਲੋਣ ਤੋਂ ਭਾਵ ਆ ਵੀ ਐ ਨਜ਼ਰ ਟਿਕਾ ਕੇ ਵੇਖ ਰਹੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਨਜ਼ਰ ਟਿਕਾ ਕੇ, ਜਿਵੇਂ ਚੰਦ ਵੱਲੇ ਚਕੋਰ ਵੇਖਦੀ ਇੱਕ ਟੱਕ। ਭਾਈ ਗੁਰਦਾਸ ਸਾਹਿਬ ਜੀ ਨੇ ਇਸ ਪ੍ਰੀਤ ਦਾ ਜ਼ਿਕਰ ਕੀਤਾ ਆਪਣੀਆਂ ਵਾਰਾਂ ਵਿੱਚ। ਕਹਿੰਦੇ ਵੀ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਇੰਜ ਕਰਦਾ ਵਾ ਜਿਵੇਂ ਚੰਦਰਮਾ ਨੂੰ ਚਕੋਰ ਵੇਂਦੀ।
ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ। ਇੱਕ ਤਾਰ ਲਗਾਤਾਰ ਇੱਕ ਟੱਕ ਲਿਵ ਲਾ ਕੇ ਜਿਵੇਂ ਵੇਖਦੀ ਐ ਨਿਗਾਹ ਟੇਕੀ ਗਈ ਆ ਗੁਰੂ ਸਾਹਿਬ ਦੇ ਚਿਹਰੇ ਉੱਤੇ ਭਾਵਨਾ ਵਾਲਿਆਂ ਦੇ। ਰੱਜ ਰੱਜ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ। ਚਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ। ਨੇਹੋ ਕਵਲ ਜਲ ਜਾਣੀਐ ਖਿੜ ਮੋਹੇ ਦੁਖਾਲੇ। ਖਿੜ ਮੋਹੇ ਦਿਖਾਲੇ ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਪੀਰ ਮੁਰੀਦਾਂ ਪਿਰਹੜੀ ਉਹ ਨਿਭੈ ਨਾਲੇ। ਜਿਹੜੀ ਮੁਰੀਦਾਂ ਦੀ ਸਿੱਖਾਂ ਦੀ ਪਿਰਹੜੀ ਪ੍ਰੀਤੀ ਆ ਉਹ ਆਪਣੇ ਪੀਰ ਆਪਣੇ ਗੁਰੂ ਦੇ ਨਾਲ ਨਿਭਦੀ ਹੈ। ਤੋ ਐਸੀ ਪ੍ਰੀਤ ਐ ਨੇਤਰ ਰੁਕੇ ਹੋਏ ਆ ਸਾਰਿਆਂ ਦੇ ਤੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਨ। ਜਨ ਸੂਰਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸਾਰਾ ਵੇਰਵਾ ਦਿੱਤਾ, ਜ਼ਿਕਰ ਕੀਤਾ। ਕਹਿੰਦੇ ਵੀ ਜਿਵੇਂ ਸੂਰਜ ਦੀ ਦਿਸ਼ਾ ਵੱਲੇ ਸਮੂਹ ਜਿੰਨੇ ਕਮਲ ਫੁੱਲ ਵਾ ਉਹ ਸੂਰਜ ਵੱਲੇ ਵੇਖਦੇ। ਕਮਲ ਫੁੱਲ ਜਿਹੜਾ ਵਾ ਉਹ ਸੂਰਜ ਵੱਲੇ ਜਿਵੇਂ ਉਹ ਖਿੜ ਕਰਕੇ ਉਧਰ ਨੂੰ ਹੋਇਆ ਹੁੰਦਾ, ਇਸ ਤਰੀਕੇ ਦੇ ਨਾਲ ਸਾਰੇ ਸਿੱਖਾਂ ਦੇ ਨੇਤਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਤਰਫ ਹਨ। ਜਾਂ ਕਹਿੰਦੇ ਵੀ ਚਕੋਰਾਂ ਨੇ ਚੰਦਰਮਾ ਨੂੰ ਚਿਤਵਿਆ ਹੋਇਆ ਹੈ। ਇਧਰਲੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਪਣੀਆਂ ਮਿਹਰ ਭਰੇ ਜੋ ਮਹਾਰਾਜ ਦੇ ਨੇਤਰ ਹਨ, ਮਿਹਰ ਭਰੀਆਂ ਸਤਿਗੁਰੂ ਜੀ ਦੀਆਂ ਅੱਖੀਆਂ ਹਨ। ਕਿਰਪਾ ਦੇ ਕਟਾਸ਼ ਛਬੀਲੇ ਸੋਹਣੇ ਮਹਾਰਾਜ ਸਾਹਿਬ ਜੀ ਦੇ ਕਟਾਕਸ਼ ਹਨ, ਨੇਤਰ ਹਨ, ਕਰਨਾ ਦੇ ਭਰੇ ਹੋਏ, ਕਿਰਪਾ ਦੇ ਭਰੇ ਹੋਏ, ਰਸ ਨਾਲ ਭਰੇ ਹੋਏ ਮਹਾਰਾਜ ਦੇ ਨੇਤਰ। ਸਾਰਿਆਂ ਸਿੱਖਾਂ ਦੇ ਉੱਤੇ ਡਾਰਤ ਮਹਾਰਾਜ ਪਾਈ ਜਾਂਦੇ ਆਪਣੀ ਦ੍ਰਿਸ਼ਟੀ। ਡਾਰਤ ਮੈਨੇ ਪਾ ਰਹੇ ਹਨ ਆਪਣੀ ਦ੍ਰਿਸ਼ਟੀ, ਰਸੀਲੀ ਦ੍ਰਿਸ਼ਟੀ, ਰਸ ਵਾਲੀ ਦ੍ਰਿਸ਼ਟੀ, ਕਿਰਪਾ ਕਰਨ ਵਾਲੀ ਆਪਣੀ ਨਜ਼ਰ, ਜਿਸ ਨੂੰ ਅੰਮ੍ਰਿਤ ਬਾਣੀ ਚ ਮਹਾਰਾਜ ਸਾਹਿਬ ਜੀ ਨੇ ਆਖਿਆ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਜਦੋਂ ਮਹਾਰਾਜ ਪਿਆਰ ਵਿੱਚ ਭਰ ਕੇ ਆਪਣੇ ਦਾਸ ਉੱਤੇ ਕਿਰਪਾ ਦਾ ਕਟਾਕਸ਼ ਪਾਉਂਦੇ ਆ ਕਿ ਉਦੋਂ ਸਾਰੇ ਦੁਖੜੇ ਦੂਰ ਕਰ ਦਿੰਦੇ। ਜਿਵੇਂ ਭੱਟ ਸਾਹਿਬਾਨਾਂ ਨੇ ਆਖਿਆ ਅਮੇ ਅਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸੰਬੰਧ ਵਿੱਚ ਇਹ ਭੱਟ ਸਾਹਿਬਾਨ ਜੀ ਨੇ ਆਖਿਆ ਦੂਜੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਦੇ ਸੰਬੰਧ ਵਿੱਚ, ਕਹਿੰਦੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜਦੋਂ ਆਪਣੇ ਸਿੱਖਾਂ ਸੇਵਕਾਂ ਤੇ ਆਪ ਅੰਮ੍ਰਿਤ ਦ੍ਰਿਸ਼ਟੀ ਪਾਉਂਦੇ ਹੋ ਤੇ ਸਿੱਖਾਂ ਦੇ ਸਾਰੇ ਪਾਪ ਹੀ ਦੂਰ ਕਰ ਦਿੰਦੇ ਹੋ। ਅਮੇ ਅਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਜਿਨ੍ਹਾਂ ਤੇ ਮਾਰੇ ਆਪ ਜੀ ਦੀ ਮਿਹਰ ਦ੍ਰਿਸ਼ਟੀ ਹੋ ਜਾਂਦੀ ਹੈ ਨਾ, ਉਹਨਾਂ ਸਿੱਖਾਂ ਦੇ ਵਸ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਹੀ ਵਸ ਵਿੱਚ ਕਰ ਦਿੰਦੇ। ਸਦਾ ਸੁਖ ਮਨ ਵਸੈ, ਉਸ ਸਿੱਖ ਦੇ ਮਨ ਵਿੱਚ ਆਤਮਿਕ ਸੁਖ ਸਦਾ ਦਾ ਸੁਖ ਵਸ ਜਾਂਦਾ ਹੈ। ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ। ਗੁਰ ਨਵ ਨਿਤ ਦਰਿਆਓ ਜਨਮ ਹਮ ਕਾਲ ਢੋਵੈ। ਅਖੀਰ ਤੇ ਆਖਿਆ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਰਸ ਵਾਲੀ ਦ੍ਰਿਸ਼ਟੀ ਸਾਰਿਆਂ ਸਿੱਖਾਂ ਉੱਤੇ ਪਾ ਰਹੇ ਹਨ। ਸਨੱਤ ਬੱਧ ਐ ਤਿਆਰ ਬਰ ਤਿਆਰ, ਕਮਰ ਕੱਸਾ ਲੱਗਾ ਹੋਇਆ, ਸ਼ਸਤਰ ਪਹਿਨੇ ਹੋਏ ਆ, ਸਨੱਤ ਬੱਧ ਹੋ ਕਰਕੇ ਪ੍ਰਭੂ ਜੀ ਬਿਰਾਜੇ ਹੋਏ ਆ। ਆਮ ਆਪਣੇ ਅੱਖਰ ਵਰਤਿਆ ਜਾਂਦਾ ਵਾ ਸੌਣ ਵਾਸਤੇ ਬਰਾਜਣਾ, ਪਰ ਇਹ ਇਤਿਹਾਸ ਵਿੱਚ ਬਰਾਜੇ ਅੱਖਰ ਕਈ ਵਾਰੀ ਆਉਂਦਾ। ਇੱਥੇ ਬਰਾਜਣ ਦਾ ਭਾਵ ਸੌਣਾ ਨਹੀਂ ਹੈ, ਲੰਮੇ ਪੈਣਾ ਨਹੀਂ ਹੈ। ਬਰਾਜੇ ਤੋਂ ਭਾਵ ਹੈ ਸ਼ਸਤਰਧਾਰੀ ਹੋ ਕੇ ਮਾਰੇ ਬੈਠੇ ਆ, ਤਿਆਰ ਬਰ ਤਿਆਰ ਹੋ ਕਰਕੇ ਬੈਠੇ ਹਨ। ਹਾਂ, ਮਹਾਰਾਜ ਸਾਹਿਬ ਜੀ ਦੇ ਬਸਤਰ ਵੀ ਸ਼ਸਤਰ ਵੀ ਨਾਨਾ ਵਿਧੀਆਂ ਦੇ ਸੱਜੇ ਹੋਏ ਹਨ ਗਰੀਬ ਨਵਾਜ ਸਾਹਿਬ ਜੀ ਦੇ। ਸਾਰੀ ਸਿੱਖ ਸੰਗਤ ਨੂੰ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖੁਸ਼ੀ ਕੀਤੀ ਹੈ। ਹੱਥ ਜੋੜ ਕਰਕੇ ਸਿੱਖ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਉੱਤੇ ਆਪਣਾ ਮਸਤਕ ਰੱਖ ਕਰਕੇ ਨਮਸਕਾਰਾਂ ਕਰ ਰਹੇ ਆ ਸਿੱਖ। ਫਿਰ ਮਹਾਰਾਜ ਨੇ ਆਗਿਆ ਕੀਤੀ ਆਪਣੇ ਸਿੰਘਾਂ ਨੂੰ ਕਿ ਸਿੰਘੋ ਲਿਆਓ ਸਾਡਾ ਘੋੜਾ ਭਾਏ।
ਤੇ ਸਿੰਘ ਲੈ ਆਏ। ਮਹਾਰਾਜ ਸਾਹਿਬ ਜੀ ਦਾ ਰਾਖੀ ਹਿਤ ਅਰੋਹਿਬੇ, ਅਰੋਹਿਬੇ ਕਹਿੰਦੇ ਆ ਸਵਾਰ ਹੋਣ ਵਾਸਤੇ ਮਹਾਰਾਜ ਨੇ ਆਪਣਾ ਘੋੜਾ ਮੰਗਵਾਇਆ ਹੈ। ਫੇਰ ਸੁੰਦਰੀ ਸੀਸ ਨਿਵਾਇਓ। ਹੁਣ ਮਾਤਾ ਸੁੰਦਰ ਕੌਰ ਜੀ ਨੇ ਵੇਖਿਆ ਵੀ ਸਤਿਗੁਰੂ ਪਤੀ ਦੇਵ ਜੀ ਹੁਣ ਜਾ ਰਹੇ ਹਨ, ਤੇ ਮਾਤਾ ਜੀ ਨੇ ਵੇਖ ਕਰਕੇ, ਗੁਰੂ ਕੇ ਧਰਮ ਪਤਨੀ ਨੇ ਵੇਖ ਕਰਕੇ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕੀਤੀ, ਸੀਸ ਨਵਾਇਆ ਹੈ। ਸ਼ਰਨ ਸਮੈ ਰੂਪ ਜਸ ਕੇਸੂ। ਹਾਂ ਹੁਣ ਵੀ ਵਿਛੋੜਾ ਹੋਣਾ ਹੈ ਸਤਿਗੁਰੂ ਜੀ ਦੇ ਨਾਲ, ਸਤਿਗੁਰੂ ਜੀ ਨੇ ਚਲੇ ਜਾਣਾ ਹੈ ਤੇ ਮੈਨੂੰ ਦਿੱਲੀ ਵਿੱਚ ਰਹਿਣਾ ਪੈਣਾ। ਇਹ ਵਿਛੜਨ ਦੇ ਸਮੇਂ ਜਿਸ ਤਰ੍ਹਾਂ ਦਾ ਰੂਪ, ਜਿਸ ਤਰ੍ਹਾਂ ਦਾ ਲਿਬਾਸ, ਜਿਸ ਤਰ੍ਹਾਂ ਦਾ ਬਾਣਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਨਿਆ ਹੋਇਆ ਹੈ, ਆਪਣੇ ਪਤੀ ਸਤਿਗੁਰੂ ਜੀ ਦਾ ਉਹ ਰੂਪ ਵੇਸ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਹਮੇਸ਼ਾ ਵਾਸਤੇ, ਹਮੇਸ਼ਾ ਵਾਸਤੇ, ਸਦਾ ਵਾਸਤੇ ਉਹ ਸੋਹਣਾ ਸਰੂਪ ਆਪਣੇ ਹਿਰਦੇ ਵਿੱਚ ਧਾਰ ਲਿਆ ਸਤਿਗੁਰੂ ਜੀ ਦਾ। ਮਹਾਰਾਜ ਸਾਹਿਬ ਜੀ ਨੇ ਆਪਣੇ ਮਹਿਲਾ ਨੂੰ ਵੀ ਧੀਰਜ ਦਿੱਤੀ ਹੈ, ਬਾਕੀ ਸਾਰੀ ਸਿੱਖ ਸੰਗਤ ਨੂੰ ਵੀ ਇੱਕੇ ਵਾਰੀ ਧੀਰਜ ਦੇ ਕਰਕੇ ਰਕਾਬ ਦੇ ਵਿੱਚ ਮਹਾਰਾਜ ਨੇ ਆਪਣਾ ਚਰਨ ਟਿਕਾਇਆ ਤੇ ਪਲਾਕੀ ਮਾਰ ਕੇ ਹੋ ਗਏ ਸਵਾਰ ਘੋੜੇ ਤੇ। ਹੁਣ ਖਾਲਸਾ ਵੀ ਤਿਆਰ ਬਰ ਤਿਆਰ, ਸ਼ਸਤਰਧਾਰੀ ਸੂਰਮੇ ਮਹਾਰਾਜ ਦੇ ਨਾਲ, ਤੇ ਖਾਲਸੇ ਦੇ ਸਹਿਤ ਗਰੀਬ ਨਵਾਜ ਸਾਹਿਬ ਦਿੱਲੀ ਤੋਂ ਰਸਤੇ ਤੇ ਚੱਲ ਪਏ। ਦਿੱਲੀ ਸ਼ਹਿਰ ਨਿਵਾਸੀਆਂ ਸਾਰਿਆਂ ਆਪਣੇ ਜਨਾਂ ਨੂੰ, ਸੇਵਕਾਂ ਨੂੰ ਮਹਾਰਾਜ ਸਾਹਿਬ ਜੀ ਨੇ ਉੱਥੇ ਖਿਲਾਰ ਦਿੱਤਾ, ਹੁਕਮ ਕਰ ਦਿੱਤਾ ਕਿ ਗੁਰਸਿੱਖੋ ਤੁਸੀਂ ਅੱਗੇ ਨਹੀਂ ਜਾਣਾ ਭਾਈ, ਹੁਣ ਅਸੀਂ ਅੱਗੇ ਚੱਲਦੇ ਹਾਂ ਤੇ ਤੁਸੀਂ ਵਾਪਸ ਮੁੜੋ ਆਪਣੇ ਘਰਾਂ ਵੱਲ, ਤੁਸੀਂ ਇੱਥੇ ਖਲੋ ਜਾਓ, ਤੁਹਾਨੂੰ ਖੇਚਲ ਹੋਵੇਗੀ ਹੋਰ ਦੂਰ ਜਾਣ ਦੀ। ਮਹਾਰਾਜ ਸਾਹਿਬ ਜੀ ਨੇ ਸਾਰੀ ਸਿੱਖ ਸੰਗਤ ਨੂੰ ਤਹਿ ਖਲੇ ਉੱਥੇ ਖਿਲਾਰ ਦਿੱਤਾ ਹੈ। ਤੇ ਮਾਤਾ ਸਾਹਿਬ ਦੇਵ ਕੌਰ ਜੀ ਮਹਾਰਾਜ ਸਾਹਿਬ ਜੀ ਦੇ ਨਾਲ ਚੱਲੇ ਹਨ, ਤੇ ਮਾਤਾ ਸੁੰਦਰ ਕੌਰ ਜੀ ਦਸ਼ਮੇਸ਼ ਪਾਤਸ਼ਾਹ ਜੀ ਦੀ ਆਗਿਆ ਪਾ ਕਰਕੇ ਦਿੱਲੀ ਵਿੱਚ ਰਹਿ ਪਏ। ਜਦੋਂ ਕੁਝ ਕੁ ਰਸਤਾ ਲੰਘ ਕਰਕੇ ਪ੍ਰਭੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਏ, ਤੇ ਥੋੜਾ ਜਿਹਾ ਹੀ ਪੈਂਡਾ ਤੈਅ ਕੀਤਾ ਮਹਾਰਾਜ ਸਾਹਿਬ ਜੀ ਨੇ, ਤੇ ਸੋਹਣਾ ਥਾਂ ਵੇਖ ਕਰਕੇ ਮਹਾਰਾਜ ਖਾਲਸੇ ਨੂੰ ਕਹਿਣ ਲੱਗੇ ਵੀ ਇੱਥੇ ਡੇਰਾ ਕਰ ਲਈਏ, ਅੱਜ ਥੋੜੀ ਮੰਜ਼ਿਲ ਤੈਅ ਕਰਨੀ, ਪੜਾਅ ਕੀਤਾ ਜਾਵੇ, ਤਾਂ ਪੜਾਅ ਕਰ ਲਿਆ ਹੈ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਦਿੱਲੀ ਤੋਂ ਚੱਲਦਿਆਂ ਹੋਇਆਂ 3 ਦਿਨਾਂ ਦੇ ਵਿੱਚ ਇਸ ਤਰ੍ਹਾਂ ਸੌਖੀਆਂ ਸੌਖੀਆਂ ਮੰਜ਼ਿਲਾਂ ਕੀਤੀਆਂ, ਭਾਵ ਥੋੜਾ ਥੋੜਾ ਪੈਂਡਾ ਤੈਅ ਕਰਕੇ ਸਤਿਗੁਰੂ ਜੀ ਥੋੜਾ ਜਿਹਾ ਸਫ਼ਰ ਕਰਕੇ ਫਿਰ ਪੜਾਅ ਕਰ ਲਿਆ ਕਰਦੇ, ਅਗਲੇ ਦਿਨ ਫਿਰ ਥੋੜਾ ਜਿਹਾ ਸਫ਼ਰ ਕੀਤਾ, ਫਿਰ ਪੜਾਅ ਕੀਤਾ, ਇਸ ਤਰ੍ਹਾਂ 3 ਦਿਨਾਂ ਦੇ ਵਿੱਚ ਇਹ ਸਫ਼ਰ ਤੈਅ ਕੀਤਾ। ਤੇ ਜਾ ਪਹੁੰਚੇ ਹਨ ਅਗਹਾਰੀ, ਕਹੀਏ ਪਾਪਾਂ ਨੂੰ ਨਾਸ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਦਰਸ਼ਨ ਹੀ ਪਾਪ ਹਾਰੀ ਹੈ, ਅਗਹਾਰੀ ਹੈ। ਮਹਾਰਾਜ ਦਾ ਦਰਸ਼ਨ ਕਰ ਲਈਏ ਤੇ ਪਾਪ ਦੂਰ ਹੋ ਜਾਂਦੇ। ਤਾਂ ਹੀ ਆਖਿਆ ਨਾ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਤਾਂ ਹੀ ਆਖਿਆ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਤਾਂ ਹੀ ਕਿਹਾ ਹੈ ਧੰਨ ਸੋ ਵੇਲਾ ਘੜੀ, ਧੰਨ ਧੰਨ ਮੂਰਤ ਪਲ ਸਾਰ, ਧੰਨ ਸੋ ਦਿਨਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਦਿਨ ਵੀ ਭਾਗਾਂ ਵਾਲਾ ਜਿਸ ਦਿਨ ਗੁਰੂ ਕਾ ਦਰਸ਼ਨ ਪ੍ਰਾਪਤ ਹੋਵੇ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਅਗਹਾਰੀ ਪਾਪਾਂ ਨੂੰ ਨਾਸ ਕਰਨ ਵਾਲੇ ਜਾ ਕੇ ਉੱਥੇ ਪਹੁੰਚ ਗਏ ਹਨ। ਕਿੱਥੇ ਪਹੁੰਚ ਗਏ? ਕਹਿੰਦੇ ਉਸ ਥਾਂ ਤੇ ਪਹੁੰਚ ਗਏ ਜਿੱਥੋਂ ਹੁਣ 5 ਕੋ ਅੱਗੇ ਮਥੁਰਾ ਸ਼ਹਿਰ ਹੈ, ਉੱਥੇ ਪਹੁੰਚ ਗਏ। 3 ਦਿਨਾਂ ਵਿੱਚ ਇੰਨਾ ਸਫ਼ਰ ਕੀਤਾ ਮਹਾਰਾਜ ਸਾਹਿਬ ਜੀ ਨੇ, ਗਰੀਬ ਨਵਾਜ ਸਾਹਿਬ ਜੀ ਨੇ। ਹੁਣ ਜਿੱਥੇ ਜਾ ਕੇ ਪਹੁੰਚੇ ਆ ਉਥੋਂ 5 ਕੋਹਾਂ ਤੇ ਅੱਗੇ ਮਥੁਰਾ ਸ਼ਹਿਰ ਹੈ। ਤੇ ਸਤਿਗੁਰੂ ਜੀ ਨੇ ਮਥੁਰਾ ਤੋਂ 5 ਕੋ ਉਰੇ ਹੀ ਪਿਛਾਂ ਹੀ ਪੜਾ ਕਰਾ ਦਿੱਤਾ ਹੈ।
ਗਰੀਬ ਨਵਾਜ ਕਹਿਣ ਲੱਗੇ ਇੱਥੇ ਹੀ ਭਾਈ ਵਿਸਰਾਮ ਕਰੀਏ, ਹੁਣ ਪੜਾ ਕਰੀਏ। ਰਾਤ ਦਾ ਸਮਾਂ, ਸ਼ਾਮਾਂ ਪਈਆਂ। ਉੱਥੇ ਗੁਰੂ ਕੇ ਖਾਲਸੇ ਨੇ ਲੰਗਰ ਪਾਣੀ ਤਿਆਰ ਕੀਤਾ, ਪ੍ਰਸ਼ਾਦਾ ਪਾਣੀ ਛਕਿਆ। ਇਸ ਤਰ੍ਹਾਂ ਪ੍ਰਸ਼ਾਦਾ ਪਾਣੀ ਛਕ ਕੇ ਰਾਤ ਸਮੇਂ ਵਿਸਰਾਮ ਕੀਤਾ। ਕਿਰਪਾ ਦੇ ਨਿਧਾਨਾ ਖਜ਼ਾਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਿਰ ਸੁਖ ਪੂਰਵਕ ਮਹਾਰਾਜ ਸਾਹਿਬ ਜੀ ਇੱਥੇ ਬਿਰਾਜਮਾਨ ਹੋਏ। ਸੁਖ ਦੇ ਸਹਿਤ, ਸਤਿਗੁਰੂ ਸਦਾ ਹੀ ਸੁਖ ਦੇ ਸਹਿਤ ਆ, ਸੁੱਖਾਂ ਦੇ ਦਾਤੇ ਆ, ਤੇ ਸੁਖ ਦੇ ਸਹਿਤ ਮਹਾਰਾਜ ਬਿਰਾਜੇ ਆ ਕਿਰਪਾ ਦੇ ਖਜ਼ਾਨੇ। ਰਾਤ ਲੰਘ ਗਈ ਹੈ, ਅੰਮ੍ਰਿਤ ਵੇਲਾ ਹੋ ਗਿਆ। ਸਤਿਗੁਰੂ ਜੀ ਨੇ ਸਰੀਰਕ ਕਿਰਿਆ ਕੀਤੀ ਹੈ, ਦਾਤਨ ਕੀਤੀ ਹੈ, ਸਰੀਰ ਕਿਰਿਆ ਸੋਧੀ ਹੈ, ਫਿਰ ਇਸ਼ਨਾਨ ਕੀਤਾ ਹੈ। ਅੰਮ੍ਰਿਤ ਵੇਲੇ ਦਾ ਮਹਾਰਾਜ ਸਾਹਿਬ ਜੀ ਨੇ ਨਿਤਨੇਮ ਕੀਤਾ। ਸਤਿਗੁਰੂ ਜੀ ਆਪ ਕਰਿਆ ਕਰਦੇ ਨਿਤਨੇਮ ਹਰ ਰੋਜ਼। ਮਹਾਰਾਜ ਸਾਹਿਬ ਤਾਂ ਬਾਣੀ ਦਾ ਸਰੂਪ ਹੀ ਆ, ਬਾਣੀ ਦਾ ਰੂਪ ਹੀ ਆ। ਬਾਣੀ ਰੋਮ ਰੋਮ 'ਚ ਵਸੀ ਹੋਈ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਗੁਰ। ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨੇ ਸਾਰੇ। ਨਿਰੰਕਾਰ ਦਾ ਹੀ ਸਾਕਾਰ ਰੂਪ ਆ ਮਹਾਰਾਜ ਸਾਹਿਬ ਜੀ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ। ਵਾਹ ਵਾਹ ਬਾਣੀ ਨਿਰੰਕਾਰ ਹੈ। ਭਾਵੇਂ ਮਹਾਰਾਜ ਨੂੰ ਲੋੜ ਨਹੀਂ ਨਿਤਨੇਮ ਕਰਨ ਦੀ, ਗੁਰੂ ਸਾਹਿਬ ਨੂੰ ਕਾਹਦੀ ਲੋੜ ਹੈ? ਪਰਮੇਸ਼ਰ ਨੂੰ ਨਿਤਨੇਮ ਕਰਨ ਦੀ ਕੀ ਲੋੜ? ਪਰ ਮਹਾਰਾਜ ਸਾਹਿਬ ਤਾਂ ਕਰਦੇ ਆ ਵੀ ਸਿੱਖਾਂ ਨੂੰ, ਸੰਗਤਾਂ ਨੂੰ ਦੱਸਣ ਵਾਸਤੇ, ਪੂਰਨੇ ਪਾਉਣ ਵਾਸਤੇ ਮਹਾਰਾਜ ਸਾਹਿਬ ਜੀ। ਇਸ ਕਰਕੇ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਜੀ ਇਸ਼ਨਾਨ ਕਰਨਾ, ਸਾਰਾ ਨੇਮ ਕਰਨਾ, ਤੇ ਫਿਰ ਸਾਰੇ ਖਾਲਸੇ ਨੇ ਵੀ ਨਾਲ ਬਾਣੀ ਪੜ੍ਹਨੀ। ਅੰਮ੍ਰਿਤ ਵੇਲੇ ਨਿਤਨੇਮ ਹੋ ਕੇ ਕੀਰਤਨ ਕਰਨਾ। ਫਿਰ ਜਦੋਂ ਦਿਨ ਚੜ੍ਹ ਗਿਆ ਤੇ ਮਹਾਰਾਜ ਸਾਹਿਬ ਹੈ ਅਰੋ ਕਰ ਪ੍ਰਭੂ ਪਿਆਨੇ, ਘੋੜੇ ਤੇ ਸਵਾਰ ਹੋ ਕਰਕੇ ਅੱਗੇ ਚਾਲੇ ਪਾ ਦਿੱਤੇ। ਹੁਣ ਮਥੁਰਾਪੁਰੀ ਦੇ ਵਿੱਚ ਪਹੁੰਚ ਗਏ, ਮਥੁਰਾ ਸ਼ਹਿਰ ਦੇ ਵਿੱਚ। ਇਹ ਜਿੱਥੇ ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਨੇ ਕਈ ਕੌਤਕ ਕੀਤੇ। ਇਹ ਮਥੁਰਾਪੁਰੀ ਜਾ ਕਰਕੇ ਮਹਾਰਾਜ ਨੇ ਵੇਖੀ ਹੈ। ਹਾਂ, ਗਿਰਧਾਰੀ ਕ੍ਰਿਸ਼ਨ ਜੀ ਦਾ ਨਾਮ ਹੈ। ਕਹਿੰਦੇ ਜਿੱਥੇ ਗਿਰਧਾਰੀ, ਉਹ ਗਿਰਧਾਰੀ ਭਗਵਾਨ ਕ੍ਰਿਸ਼ਨ ਜੀ ਨੇ ਜਿੱਥੇ ਵਿਲਾਸ ਕੀਤੇ, ਕੌਤਕ ਕੀਤੇ ਹਨ। ਉਹਨਾਂ ਦੇ ਅਨੇਕ ਨਾਮਾਂ ਦੇ ਵਿੱਚੋਂ ਇੱਕ ਨਾਮ ਉਹਨਾਂ ਦਾ ਗਿਰਧਾਰੀ ਵੀ ਹੈ, ਕਿਉਂਕਿ ਗੈਰ ਨਾਮ ਹੈ ਪਹਾੜ ਦਾ, ਤੇ ਉਹਨਾਂ ਨੇ ਪਹਾੜ ਵੀ ਧਾਰਨ ਕੀਤਾ ਸੀ, ਚੁੱਕਿਆ ਸੀ ਨਾ, ਚੀਚੀ ਦੇ ਉੱਤੇ ਹੀ ਚੁੱਕਿਆ ਸੀ। ਗੁਰਮਤਿ ਕ੍ਰਿਸ਼ਨ ਗੋਵਰਧਨ ਧਾਰੇ, ਐਸਾ ਬਚਨ ਆਉਂਦਾ ਨਾ। ਤਾਂ ਇਸ ਕਰਕੇ ਗਿਰਧਾਰੀ ਵੀ ਉਹਨਾਂ ਦਾ ਹੀ ਨਾਮ ਹੈ। ਤਾਂ ਜਿਸ ਥਾਂ ਤੇ ਕਹਿੰਦੇ ਕਿ ਸ੍ਰੀ ਕ੍ਰਿਸ਼ਨ ਜੀ ਨੇ ਬਿਲਾਸ ਕੌਤਕ ਕੀਤੇ ਸੀ, ਉੱਥੇ ਮਹਾਰਾਜ ਪਹੁੰਚੇ ਤੇ ਮਥੁਰਾਪੁਰੀ ਵੇਖੀ। ਜੋ ਮਥੁਰਾ ਦੇ ਵਿੱਚ ਸੂਰਜ ਕੁੰਡ ਨਾਮ ਦਾ ਕੁੰਡ ਹੈ, ਉੱਥੇ ਫਿਰ ਸਾਰਿਆਂ ਨੇ ਡੇਰਾ ਕੀਤਾ। ਜਮਨਾ ਨਦੀ ਵਗਦੀ ਹੈ ਤੇ ਜਮਨਾ ਨਦੀ ਦਾ ਸੋਹਣਾ ਕਿਨਾਰਾ ਹੈ, ਉੱਥੇ ਸਾਰਾ ਉਹ ਜਲ ਵੇਖਿਆ ਜਮਨਾ ਦਾ। ਜਿਸ ਥਾਂ ਦੇ ਉੱਤੇ ਕਹਿੰਦੇ ਵੀ ਸਿਆਮ ਨੇ ਸਲੋਣੇ ਜੇ ਰੰਗ ਦਾ ਰੂਪ ਧਾਰਨ ਕਰਕੇ, ਜਿੱਥੇ ਬੜੇ ਕੌਤਕ ਕੀਤੇ ਸੀ ਸ਼ਿਆਮ ਸਾਂਵਲੇ ਰੂਪ ਵਾਲੇ ਸ੍ਰੀ ਕ੍ਰਿਸ਼ਨ ਜੀ ਨੇ, ਜਿੱਥੇ ਕਿਥੇ ਵਿਚਰ ਕਰਕੇ, ਥਿਰ ਕੇ, ਟਿਕ ਕੇ, ਫਿਰ ਕੇ, ਵਿਚਰ ਕੇ ਉਹਨਾਂ ਨੇ ਬੜੇ ਕੌਤਕ ਕੀਤੇ ਸੀ। ਇਹ ਬਾਣੀ ਵਿੱਚ ਵੀ ਜ਼ਿਕਰ ਆਉਂਦਾ ਸਾਧ ਸੰਗਤ ਜੀ। ਉਹ ਸਾਡਾ ਤੇ ਹੁਣ ਹਾਜ਼ਮਾ ਥੋੜਾ ਹੋ ਗਿਆ ਨਾ, ਅਸੀਂ ਕਹਿੰਦੇ ਆ ਵੀ ਇਹ ਜਿੱਥੇ ਰਾਮ ਕ੍ਰਿਸ਼ਨ ਦਾ ਜ਼ਿਕਰ ਆ ਜਾਵੇ, ਕਹਿੰਦੇ ਵੀ ਇਹ ਤਾਂ ਹਿੰਦੂਆਂ ਦੀ ਗੱਲ ਹੋ ਗਈ, ਵੀ ਇਹ ਨਾ ਕਰੋ। ਕਹਿੰਦੇ ਇਹ ਤਾਂ ਹਿੰਦੂ ਧਰਮ ਦੀ ਗੱਲ ਆ ਗਈ ਵਿੱਚ। ਇਸ ਤਰੀਕੇ ਦੇ ਨਾਲ ਇੱਕ ਹੋਇਆ ਸੀ ਵਿੱਚ ਸਾਡੇ ਵੀ ਕੋਈ ਚਿਰ ਪਹਿਲਾਂ ਪਸੌੜੀਆ ਬਾਬੂ ਤੇਜਾ ਸਿੰਘ, ਉਹਨੂੰ ਬਾਬੂ ਕਹਿੰਦੇ ਤਾਂ ਕਹਿੰਦੇ ਸੀ ਉਹ ਆ ਰੇਲ ਦੀ ਲਾਈਨ ਦੇ ਉੱਤੇ ਪਹਿਲਾਂ ਰੇੜਾ ਜਿਹਾ ਚਲਾਉਂਦਾ ਹੁੰਦਾ ਸੀ, ਬਾਅਦ ਵਿੱਚ ਇੱਧਰ ਪੰਥ ਵਿੱਚ ਆ ਗਿਆ ਤੇ ਉਹ ਇੱਧਰਲੇ ਪਾਸੇ ਫਿਰ ਵਾਹਵਾ ਉਹਨੂੰ ਅੱਗੇ ਜੇ ਕਰ ਦਿੱਤਾ ਤੇ ਉਹ ਬਾਅਦ ਵਿੱਚ ਆਪਣੀ ਮਰਜ਼ੀ ਜ਼ਿਆਦਾ ਹੀ ਕਰਨ ਲੱਗ ਪਿਆ। ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆ ਭਗਤਾਂ ਦੀ ਬਾਣੀ ਬਾਹਰ ਕੱਢ ਦਿਓ।
ਭੱਟਾਂ ਦੀ ਬਾਣੀ ਵੀ ਬਾਹਰ ਕੱਢ ਦਿਓ, ਰਾਗ ਵਾਲਾ ਵੀ ਬਾਹਰ ਕੱਢ ਦਿਓ, ਆ ਵੀ ਕੱਢ ਦਿਓ। ਕਹਿੰਦੇ ਉਹਨੇ ਰਹਿ ਨਹੀਂ ਇਕੱਲੇ 200 ਸ਼ਬਦ ਦਿੱਤਾ। ਕਹਿੰਦੇ ਸ਼ਾਬਾਸ਼ ਤੇਰੇ, ਸਾਰਾ ਕੁਝ ਹੀ ਬਾਹਰ ਕਢਾ ਦੇ ਤੂੰ। ਉਹਨੂੰ ਕਹਿੰਦੇ ਵੀ ਕਾਹਦੇ ਵਾਸਤੇ? ਪੰਥ ਦੇ ਮਹਾਨ ਨਾਮ ਰਸੀਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਉਹਨਾਂ ਨੂੰ ਵੀ ਉਹਨੇ ਆਪਣੇ ਨਾਲ ਇੱਕ ਨਾਲ ਲੈ ਲਿਆ ਸੀ। ਉਹਨਾਂ ਕਹਿੰਦੇ ਜਾ ਕੇ ਪੁੱਛਿਆ ਕਿ ਤੂੰ ਇਹ ਸਾਰਾ ਕੁਝ ਕਿਉਂ ਬਾਹਰ? ਕਹਿੰਦਾ ਵੀ ਜਿਹੜੇ ਜਿਹੜੇ ਸ਼ਬਦ ਵਿੱਚ ਰਾਮ ਦਾ ਨਾਮ ਆਉਂਦਾ ਤੇ ਕ੍ਰਿਸ਼ਨ ਦਾ ਨਾਮ ਆਉਂਦਾ, ਕਹਿੰਦਾ ਵੀ ਉੱਥੇ ਸਾਰੇ ਥਾਵਾਂ ਤੇ ਮੈਂ ਵਾਹਿਗੁਰੂ ਲਿਖ ਦੇਣਾ। ਕਹਿੰਦਾ ਬਾਕੀ ਸਾਰੇ ਬਾਹਰ ਕੱਢ ਦੇਣੇ। ਇਹੋ ਜਿਹੇ ਵੀ ਹੋਏ ਸਾਧ ਸੰਗਤ ਜੀ। ਬੰਦਾ ਜਿਹੜਾ ਵਾ ਆਪਦੀ ਮੱਤ ਗੁਰੂ ਦੇ ਵਿੱਚ ਵੀ ਥੋਪਣੀ ਚਾਹੁੰਦਾ, ਗੁਰੂ ਸਾਹਿਬ ਦੀ ਮੱਤ ਨਹੀਂ ਆਪ ਲੈਣੀ। ਇਹ ਨਹੀਂ ਅਰਦਾਸ ਕਰਨੀ ਵੀ ਮਹਾਰਾਜ ਆਪ ਜੀ ਦੇ ਸ਼ਬਦ ਸਾਨੂੰ ਸਮਝ ਨਹੀਂ ਪੈ ਰਹੇ, ਤੁਸੀਂ ਕਿਹੜੇ ਆਸ਼ੇ ਤੋਂ ਉਚਾਰਨ ਕੀਤੇ ਆ, ਕਿਵੇਂ ਉਚਾਰਨ ਕੀਤੇ, ਸਾਨੂੰ ਸੋਝੀ ਦਿਓ, ਸਾਨੂੰ ਸਮਝ ਆ ਜਾਵੇ। ਤੇ ਗੁਰੂ ਕੀ ਬਾਣੀ ਤੇ ਵੀ ਕਿੰਤੂ ਕਰਨ ਲੱਗ ਪੈਂਦਾ। ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨੂੰ ਛੇਕ ਦਿੱਤਾ ਗਿਆ ਸੀ, ਕੱਲਾ ਤਨਖਾਹੀਆ ਨਹੀਂ ਸੀ ਕੀਤਾ ਗਿਆ, ਉਹਨੂੰ ਛੇਕ ਹੀ ਦਿੱਤਾ ਗਿਆ ਸੀ। ਤੇਜਾ ਸਿੰਘ ਭਸੌੜੀਏ ਅੱਜ ਵੀ ਲਿਖਤਾਂ ਮਿਲਦੀਆਂ। ਤੋ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਗੁਰੂ ਕੀ ਬਾਣੀ ਦੇ ਸ਼ਬਦ ਪੜ੍ਹੀਏ ਤੇ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਆ, ਉਹਨਾਂ ਨੇ ਬਚਨ ਫਿਰ ਗੁਰੂ ਰਾਮਦਾਸ ਸਾਹਿਬ ਮਾਰੇ ਕਹਿੰਦੇ ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੇ ਬਾਨਾ, ਕਿ ਆਪ ਹੀ ਸਾਰਾ ਉਹਦੇ ਖੇਡ ਹੀ ਆਪ। ਕਿ ਭੱਟਾਂ ਦੇ ਸਵਈਏ ਆਉਂਦੇ ਆ ਵੀ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਗਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਉਥੇ ਕਿਰਤਾਰਥ ਲਿਖਿਆ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕਉ ਰਾਜ ਅਭੈ ਭਗਤ ਹੈ ਜਨ ਦਿਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਵਚਲ ਅਟਲ ਆਦਿ ਪੁਰਖ ਫਰਮਾਇਓ। ਫਿਰ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਧੰਨ ਧੰਨ ਓ ਰਾਮ ਬੇਨ ਬਾਜੈ, ਮਦਰ ਮਦਰ ਧੁਨ ਅਨਹਤ ਗਾਜੈ, ਧੰਨ ਧੰਨ ਮੇਘਾ ਰੋ ਮਾਵਲੀ, ਧੰਨ ਧੰਨ ਕ੍ਰਿਸ਼ਨ ਓਢੈ ਕਾਂਬਲੀ। ਹੁਣ ਭਗਤ ਨਾਮਦੇਵ ਸਾਹਿਬ ਵੇਖੋ, ਉਹ ਤਾਂ ਉਹ ਕੰਬਲੀ ਨੂੰ ਵੀ ਧੰਨ ਧੰਨ ਆਖਣ ਡਏ ਆ। ਧੰਨ ਧੰਨ ਕ੍ਰਿਸ਼ਨ ਓਢੈ ਕਾਂਬਲੀ, ਧੰਨ ਧੰਨ ਤੂੰ ਮਾਤਾ ਦੇਵਕੀ, ਜਿਹ ਗ੍ਰਹਿ ਰਮਈਆ ਕਵਲਾਪਤੀ, ਧੰਨ ਧੰਨ ਬਨਖੰਡ ਬਿੰਦਰਾਵਣਾ, ਜਹ ਖੇਲੈ ਸ੍ਰੀ ਨਰਾਇਣਾ, ਬੇਨ ਬਜਾਵੈ ਗੋਧਨ ਚਰੈ, ਨਾਮੇ ਕਾ ਸੁਆਮੀ ਆਨੰਦ ਕਰੈ। ਪਰ ਇਹ ਹੁਣ ਅਦਲਾ ਬਦਲੀ ਜੀ ਕਰਕੇ ਅਰਥ ਇੱਧਰ ਉੱਧਰ ਘੁਮਾ ਦਿੰਦੇ, ਪਰ ਜੇ ਸਿੱਧੇ ਕਰੋ ਤੇ ਸਭ ਕੁਝ ਸਾਫ਼ ਸੁਥਰਾ ਹੀ ਲਿਖਿਆ ਵਾ ਸਭ ਪਾਸੇ। ਇਹ ਸਰਬ ਵਿਆਪਕ ਦ੍ਰਿਸ਼ਟੀ ਹੈ, ਇਹ ਬ੍ਰਹਮ ਦ੍ਰਿਸ਼ਟੀ ਹੈ। ਤੋ ਇਸ ਕਰਕੇ ਦ੍ਰਿਸ਼ਟੀ ਵੀ ਵੱਖਰੀ ਵੱਖਰੀ, ਇੱਕ ਭੇਦਵਾਦੀ ਕਿ ਉਹ ਵਖਰੇਵੇਂ ਦੇ ਨਾਲ ਵੇਖਣ ਵਾਲੀ, ਇੱਕ ਸਰਬ ਵਿਆਪਕਤਾ ਨੂੰ ਵੇਖਣ ਵਾਲੀ। ਤਾਂ ਉੱਥੇ ਕਹਿੰਦੇ ਵੀ ਉਹ ਥਾਂ ਤੇ ਜਿੱਥੇ ਦੁਆਪਰ ਯੁੱਗ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਨੇ ਜਮਨਾ ਦੇ ਕੰਢੇ ਤੇ ਸਾਂਵਲੇ ਸਲੋਨੇ ਰੂਪ ਨੂੰ ਧਾਰਨ ਕਰਕੇ ਟੇਕ ਕੇ ਵਿਚਰ ਕੇ ਕਈ ਕੌਤਕ ਕੀਤੇ ਸੀ, ਉਹ ਸਾਰੇ ਟਿਕਾਣੇ ਵੇਖੇ। ਸੋ ਸਭ ਦੇ ਕ੍ਰਿਤ ਨਾਨਾ ਫਲ ਕੋ, ਉਹ ਨਾਨਾ ਪ੍ਰਕਾਰ ਦੇ ਜਿਹੜੇ ਅਸਥਾਨ ਸਨ ਉਹ ਸਾਰੇ ਵੇਖੇ ਹਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ। ਜਿੱਥੇ ਕਹਿੰਦੇ ਵੀ ਭਗਵਾਨ ਕ੍ਰਿਸ਼ਨ ਜੀ ਨੇ ਸੰਘਾਰ ਕੀਤਾ ਸੀ ਦੁਸ਼ਟਾਂ ਦੇ ਦਲ ਦਾ, ਬਾਲਕੋ ਆਪਣੇ ਬਲ ਦੇ ਨਾਲ, ਆਪਣੇ ਬਲ ਦੇ ਨਾਲ। ਜਿੱਥੇ ਦੁਸ਼ਟਾਂ ਦਾ ਸੰਘਾਰ ਕੀਤਾ ਸੀ ਉਹ ਬਲ ਕਿੱਥੋਂ ਆਇਆ? ਉਹ ਬਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਖਿਆ ਉਹ ਪਰਮੇਸ਼ਰ ਦਾ ਬਲ ਵਰਤਿਆ। ਉਹਨਾਂ ਨੂੰ ਦੁਆਪਰ ਯੁੱਗ ਦੇ ਅਵਤਾਰ ਬਣਾ ਕੇ ਕਿਹਨੇ ਭੇਜਿਆ? ਪਰਮੇਸ਼ਰ ਵਾਹਿਗੁਰੂ ਜੀ ਨੇ ਭੇਜਿਆ। ਇਸ ਕਰਕੇ ਪਰਮੇਸ਼ਰ ਨੇ ਭੇਜਿਆ ਵਾ ਅਵਤਾਰ ਬਣਾ ਕਰਕੇ ਉਹਨਾਂ। ਜਦੋਂ ਆਪਾਂ ਮਹਾਰਾਜ ਦੀ ਬਾਣੀ ਪੜ੍ਹਦੇ ਨਾ, ਕਿਹੜੇ ਸ਼ਬਦ ਤੋਂ ਬਾਹਰ ਕੱਢ ਦਿੱਤਾ ਜਾਵੇਗਾ? ਹੁਣ ਭਗਉਤੀ ਕੀ ਵਾਰ ਦੀ ਦੂਜੀ ਪੌੜੀ 'ਚ ਮਹਾਰਾਜ ਕਹਿੰਦੇ ਆ, ਪੌੜੀ ਖੰਡਾ ਪ੍ਰਿਥਮੈ ਸਾਜ ਕਹਿ ਜਿਨ ਸਭ ਸਹਿ ਸਾਰਿਓ ਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤਿਨੇ ਅੰਦਰ ਬਾਦ ਰਚਾਇਆ, ਤੈਹੀ ਦੁਰਗਾ ਸਾਜ ਕਹਿ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਆਖਿਆ ਤੈਥੋਂ ਹੀ ਬਲ ਕ੍ਰਿਸ਼ਨ ਲੈ। ਇਹ ਦੁਆਪਰ ਯੁੱਗ ਦੇ ਅਵਤਾਰ ਨੂੰ ਵੀ ਪ੍ਰਭੂ ਤੂੰ ਹੀ ਭੇਜਿਆ ਤੇ ਤੈਥੋਂ ਹੀ ਉਹਨਾਂ ਨੇ ਬਲ ਪ੍ਰਾਪਤ ਕੀਤਾ ਤੇ ਵੱਡੇ ਵੱਡੇ ਦੁਸ਼ਟਾਂ ਨੂੰ ਫੜ ਫੜ ਕੇ ਕੇਸਾਂ ਤੋਂ ਪਟਕਾ ਪਟਕਾ ਕੇ ਮਾਰਿਆ ਕੰਸ ਨੂੰ। ਉਂਝ ਸੰਸਾਰੀ ਰਿਸ਼ਤੇ ਵਜੋਂ ਕੰਸ ਮਾਮਾ ਲੱਗਦਾ ਸੀ ਭਗਵਾਨ ਕ੍ਰਿਸ਼ਨ ਦਾ, ਉਗਰਸੈਨ ਨਾਨਾ ਲੱਗਦਾ ਸੀ।
ਕੰਸ ਨੂੰ ਮਾਰ ਕੇ ਤੇ ਨਾਨੇ ਨੂੰ ਜੇਲ੍ਹ ਚੋਂ ਕੱਢ ਕੇ ਉਗਰਸੈਨ ਨੂੰ ਰਾਜ ਦਿੱਤਾ ਸੀ। ਉਗਰਸੈਨ ਕੋ ਰਾਜ ਅਭੈ ਭਗਤ ਹੈ ਜਨ ਦੀਓ। ਤਾਂ ਇੱਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਵੱਡੇ ਵੱਡੇ ਮੁਨ ਦੇਵਤੇ ਕਈ ਜੁਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਕਹਿੰਦੇ ਵੀ ਜਿੱਥੇ ਦੁਸ਼ਟਾਂ ਨੂੰ ਸੰਘਾਰਿਆ ਸੀ ਉਹ ਥਾਂ ਵੇਖੇ। ਸੂਰਜ ਸਦਾ ਪਾਰ ਗੁਰ ਗਏ। ਇਹ ਜਮਨਾ ਦਾ ਇਹ ਵੀ ਇੱਕ ਨਾਮ ਆ। ਇਹਨੂੰ ਸੂਰਜ ਸੁਤਾ ਕਹਿੰਦੇ। ਕਹਿੰਦੇ ਸੂਰਜ ਦੀ ਪੁੱਤਰੀ। ਇਹ ਸੂਰਜ ਦੀ ਪੁੱਤਰੀ ਜਿਹੜੀ ਜਮਨਾ ਹੈ ਉਹਦੇ ਤੋਂ ਫਿਰ ਮਹਾਰਾਜ ਸਾਹਿਬ ਜੀ ਪਾਰ ਗਏ। ਜੋ ਗੋਕਲ ਲੋਕ ਹੈ ਉਸ ਨੂੰ ਮਹਾਰਾਜ ਸਾਹਿਬ ਜੀ ਨੇ ਉਸ ਥਾਂ ਨੂੰ, ਜਿਹਨੂੰ ਗੋਕਲ ਲੋਕ ਉਸ ਇਲਾਕੇ ਨੂੰ ਕਿਹਾ ਜਾਂਦਾ ਹੈ, ਉਹ ਮਹਾਰਾਜ ਸਾਹਿਬ ਜੀ ਨੇ ਵੇਖਿਆ। ਤੇ ਜਿੱਥੇ ਜਿੱਥੇ ਹੋਰ ਦੁਸ਼ਟਾਂ ਦਾ ਸੰਘਾਰ ਕੀਤਾ ਉਹ ਵੀ ਸਾਰੇ ਵੇਖੇ। ਜਿਵੇਂ ਪੂਤਨਾ ਉਹ ਆਈ ਸੀ ਨਾ ਸ੍ਰੀ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ, ਤੇ ਉਹਦਾ ਵੀ ਖਾਤਮਾ ਕੀਤਾ ਸੀ। ਹੋਰ ਵੀ ਦੁਸ਼ਟ ਜਿਹੜੇ ਬਕਾਸੁਰ, ਅਗਾਸੁਰ, ਤ੍ਰਿਣਾਵਰਤ, ਉਹ ਜਿੱਥੇ ਜਿੱਥੇ ਉਹਨਾਂ ਸਾਰਿਆਂ ਨੂੰ ਮਾਰਿਆ ਸੀ ਨਾ ਮਥੁਰਾ ਦੇ ਵਿੱਚ, ਉਹ ਸਾਰੇ ਥਾਂ ਵੇਖੇ। ਮੌਜ ਦੇ ਮਾਲਕ ਸਤਿਗੁਰੂ ਗਰੀਬ ਨਵਾਜ। ਸਤਿਗੁਰੂ ਕਹਿੰਦੇ ਵੀ ਮਥੁਰਾ ਵੇਖਣੀ ਇੱਕ ਰਾ ਘੁੰਮ ਕੇ ਸਾਰੀ, ਖਾਲਸੇ ਦੇ ਨਾਲ ਵੇਖ ਰਹੇ ਆ, ਫਿਰ ਇੱਥੋਂ ਮਾਰੇ ਆਗਰੇ ਨੂੰ ਜਾਣਗੇ। ਤੋ ਗਰੀਬ ਨਵਾਜ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਆ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਦੇ ਆਗਮਨ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ 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 ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਨਾਗਤੇ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।